ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV NRI ਵਰਡ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਇਹ ਹਫਤਾ ਪੂਰੀ ਦੁਨੀਆ ਦੇ ਵਿੱਚ ਬਹੁਤ ਐਕਸ਼ਨ ਓਰੀਐਂਟਡ ਰਿਹਾ, ਚਾਹੇ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਕਰੀਏ, ਚਾਹੇ ਨੈਸ਼ਨਲ ਪੋਲਿਟਿਕਸ ਦੀ ਅਸੀਂ ਗੱਲ ਕਰੀਏ। ਇਹ ਸਾਰੀਆਂ ਘਟਨਾਵਾਂ ਇੰਟਰਕਨੈਕਟਡ ਨੇ। ਚੰਦਰਯਾਨ 3 ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਬ੍ਰਿਕਸ ਸੰਮੇਲਨ ਦੀ ਵੀ ਅਸੀਂ ਗੱਲ ਕਰ ਰਹੇ ਹਾਂ, ਬਾਕੀ ਹੋਰ ਬਿਜ਼ਨਸ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਗਤੀਵਿਧੀਆਂ ਨੇ ਸਾਰੀ ਦੁਨੀਆ ਦੇ ਅੰਦਰ। ਵੱਡੀਆਂ ਕੰਪਨੀਆਂ ਹੋਣ, ਛੋਟੀਆਂ ਕੰਪਨੀਆਂ ਹੋਣ, ਹਰ ਥਾਂ ਦੇ ਉੱਤੇ, ਹਰ ਪਲੇਟਫਾਰਮ ਦੇ ਉੱਤੇ ਅਸੀਂ ਬਿਜ਼ਨਸ ਨੂੰ ਹੀ ਦੇਖ ਕੇ ਸਾਰੇ ਡਿਸੀਜ਼ਨ ਲੈਂਦੇ ਹਾਂ। ਇੱਥੋਂ ਤੱਕ ਕਿ ਜੋ ਵਾਰਸ ਵੀ ਹੁੰਦੀਆਂ ਨੇ ਉਹ ਵੀ ਬਿਜ਼ਨਸ ਨੂੰ ਦੇਖ ਕੇ ਕੀਤੀਆਂ ਜਾਂਦੀਆਂ ਨੇ। ਦੋ ਸ਼ਬਦ ਅਸੀਂ ਹਮੇਸ਼ਾ ਇਸਤੇਮਾਲ ਕਰਦੇ ਹਾਂ, ਇਨਵੇਡਰਸ ਐਂਡ ਟਰੇਡਰਸ। ਹਰ ਥਾਂ ਦੇ ਉੱਤੇ ਬੈਠੇ ਹੋਏ ਨੇ ਔਰ ਇਹਨਾਂ ਦੀ ਹੀ ਗੇਮ ਚੱਲਦੀ ਰਹਿੰਦੀ ਹੈ। ਇੰਟਰਨੈਸ਼ਨਲ ਪੋਲਿਟਿਕਸ ਕੀ ਕਹਿ ਰਿਹਾ ਹੈ, ਨੈਸ਼ਨਲ ਪੋਲਿਟਿਕਸ ਕੀ ਕਹਿ ਰਿਹਾ ਹੈ, ਔਰ ਇਹਨਾਂ ਦੋਵੇਂ ਤਰ੍ਹਾਂ ਦੀ ਰਾਜਨੀਤੀ ਦਾ ਪੂਰੀ ਦੁਨੀਆ ਦੇ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ, ਅੱਜ ਅਸੀਂ ਇਸ ਬਾਰੇ ਗੱਲਬਾਤ ਕਰਾਂਗੇ। ਔਰ ਅਮਰੀਕਨ ਪੁਆਇੰਟ ਆਫ ਵਿਊ ਹਮੇਸ਼ਾ ਦੀ ਤਰ੍ਹਾਂ ਸਾਡੇ ਲਈ ਮੇਨ ਰਹੇਗਾ, ਫੋਕਸ ਦਾ ਵਿਸ਼ਾ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਆਸ਼ਿਮਾ ਸਾਹਨੀ, ਹੈਡ ਆਫ ਦਾ ਡਿਪਾਰਟਮੈਂਟ ਪੋਲੀਟੀਕਲ ਸਾਇੰਸ, ਜਿਨ੍ਹਾਂ ਦੀ ਐਕਸਪਰਟੀਜ਼ ਹੈ ਇੰਟਰਨੈਸ਼ਨਲ ਪੋਲਿਟਿਕਸ, KMV ਕਾਲਜ ਜਲੰਧਰ ਤੋਂ। ਵੈਲਕਮ ਟੂ NRI ਵਰਡ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਬਾਅਦ ਪਹਿਲੇ ਤਾਂ ਮੈਂ ਤੁਹਾਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ, ਤੁਸੀਂ ਮੈਨੂੰ ਇਸ ਪ੍ਰੋਗਰਾਮ 'ਤੇ ਬੁਲਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਨੈਸ਼ਨਲ ਇਵੈਂਟ ਸਭ ਤੋਂ ਜ਼ਿਆਦਾ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉਹ ਤਾਂ ਹੈ ਚੰਦਰਯਾਨ 3 CY3। ਔਰ ਇਹ ਫਰਸਟ ਐਕਸਪੈਰੀਮੈਂਟ ਜੋ ਕਾਮਯਾਬ ਹੋਇਆ ਹੈ ਪੂਰੀ ਦੁਨੀਆ ਦੇ ਵਿੱਚ, ਸਾਊਥ ਪੋਲ ਦੇ ਉੱਤੇ ਉਤਰਿਆ ਹੈ ਇੰਡੀਆ ਦਾ ਯਾਨ। ਪੂਰੀ ਦੁਨੀਆ ਦੇ ਵਿੱਚ ਹੋਰ ਕਿਸੇ ਕੰਟਰੀ ਨੇ ਇਹ ਚੀਜ਼ ਨਹੀਂ ਕੀਤੀ। ਸੋ ਇਸ ਦੀ ਤਾਂ ਪਹਿਲਾਂ ਹੀ ਐਕਸਾਈਟਮੈਂਟ, ਤੁਹਾਨੂੰ ਵੀ ਮੁਬਾਰਕ, ਸਾਨੂੰ ਵੀ ਮੁਬਾਰਕ, ਔਰ ਸਾਰੀ ਦੁਨੀਆ ਨੂੰ ਅਸੀਂ ਕਈ ਦਿਨਾਂ ਤੋਂ ਮੁਬਾਰਕ ਦੇ ਰਹੇ ਹਾਂ। ਪਰ ਨਾਲ ਦੀ ਨਾਲ ਇਹਦੇ ਉੱਤੇ ਪੋਲਿਟਿਕਸ ਵੀ ਛਿੜ ਪਿਆ, ਨੈਸ਼ਨਲ ਲੈਵਲ 'ਤੇ ਵੀ, ਇੰਟਰਨੈਸ਼ਨਲ ਲੈਵਲ 'ਤੇ ਵੀ, ਕਿਉਂਕਿ ਪੋਲਿਟਿਕਸ ਕਦੀ ਪਿੱਛਾ ਨਹੀਂ ਛੱਡਦਾ। ਔਰ ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਈਵਨ ਇਫ ਯੂ ਆਰ ਨਾਟ ਇੰਟਰਸਟਿਡ ਇਨ ਪੋਲਿਟਿਕਸ, ਪੋਲਿਟਿਕਸ ਇਜ਼ ਇੰਟਰਸਟਿਡ ਇਨ ਯੂ। ਸੋ ਇੱਕ ਹੀ ਗੇਮ ਚੱਲਦੀ ਪਈ ਹੈ ਪੋਲੀਟੀਕਲ, ਨੈਸ਼ਨਲ ਲੈਵਲ 'ਤੇ, ਫਿਰ ਉਸ ਤੋਂ ਬਾਅਦ ਇੰਟਰਨੈਸ਼ਨਲ ਲੈਵਲ ਦੀ ਗੱਲ ਕਰਦੇ ਹਾਂ। ਦੇਖੋ, ਜਿਹੜੀ ਅੱਜ ਦੀ ਇੰਟਰਕਨੈਕਟਡ ਵਰਲਡ ਹੋ ਗਿਆ ਨਾ ਜੀ, ਮੇਬੀ ਬਿਕੋਜ਼ ਆਫ ਟੈਕਨੋਲੋਜੀ, ਬਿਕੋਜ਼ ਆਫ ਗਲੋਬਲਾਈਜੇਸ਼ਨ, ਮੋਬਲਾਈਜੇਸ਼ਨ, ਇਹਦੇ 'ਚ ਕੀ ਹੁੰਦਾ ਕਿ ਚਾਹੇ ਤੁਹਾਡੇ ਨੈਸ਼ਨਲ ਇਵੈਂਟ ਹੋਣ ਜਾਂ ਇੰਟਰਨੈਸ਼ਨਲ ਹੋਣ, ਦੇ ਸੈਟ ਦੀ ਕੰਟੂਅਰਸ ਆਫ ਇੰਟਰਨੈਸ਼ਨਲ ਪੋਲਿਟਿਕਸ। ਜੀ, ਠੀਕ ਹੈ। ਹੁਣ ਅਗਰ ਅਸੀਂ ਜੋ ਵੀ ਸਾਡੇ ਘਰ ਘਟਨਾ ਘਟਦੀ ਹੈ ਉਹ ਇੰਟਰਨੈਸ਼ਨਲੀ ਇਫੈਕਟ ਕਰਦੀ ਹੈ। ਹੁਣ ਅਸੀਂ ਚੰਦਰਯਾਨ 3 ਦੀ ਅਗਰ ਗੱਲ ਕਰੀਏ ਤੇ ਇਹ ਜਿਹੜਾ ਇਹ ਇੱਕ ਸਾਡਾ ਨੈਸ਼ਨਲ ਇਸ਼ੂ ਸੀਗਾ, ਠੀਕ ਹੈ, ਸਾਡਾ ਇੱਕ ਡੋਮੈਸਟਿਕ ਡਿਸੀਜਨ ਸੀਗਾ, ਬਟ ਇਟ ਇਜ਼ ਗੋਇੰਗ ਟੂ, ਇਟ ਹੈਜ਼ ਐਂਡ ਵਿਲ ਬੀ ਇੰਪੈਕਟਡ, ਇਟ ਵਿਲ ਇੰਪੈਕਟ ਦ ਇੰਟਰਨੈਸ਼ਨਲ ਰਿਲੇਸ਼ਨਸ ਇਨ ਅ ਬਿਗ ਵੇ। ਹੁਣ ਕਿੱਦਾਂ? ਚਾਂਦ ਤੇ 3 ਦੇਸ਼ ਪਹੁੰਚੇ ਨੇ ਹਜੇ ਤੱਕ ਟੈਕਨੀਕਲੀ। ਚਾਈਨਾ, ਆਫ ਕੋਰਸ ਫਸਟ USA, ਚਾਈਨਾ ਐਂਡ ਦੈਨ ਇੰਡੀਆ। ਤੁਸੀਂ ਕਹੋਗੇ ਕਿ ਮੈਡਮ USSR ਉਹ ਹੁਣ ਨਾਨ ਐਗਜ਼ਿਸਟੈਂਟ ਹੈ ਜੀ। ਜਿਹੜੀ ਹੁਣ ਨਵੀਂ ਇੱਕ ਐਨਾਲਿਸਿਸ ਆ ਰਹੀ ਹੈ ਉਹਦੇ 'ਚ ਇਹੀ ਕਹਿ ਰਿਹਾ ਕਿ ਰਸ਼ੀਆ ਨੇ ਦੇਖੋ ਲੂਨਾ ਨੂੰ ਭੇਜਿਆ ਸੀਗਾ ਬਟ ਸਕਸੈਸਫੁਲ ਨਹੀਂ ਹੋਏ, ਤੇ ਜਿਹੜਾ USSR ਨੇ ਭੇਜਿਆ ਸੀ, USSR ਇਜ਼ ਨਾਟ ਐਗਜ਼ਿਸਟੈਂਟ, ਹੁਣ ਨਹੀਂ ਐਗਜ਼ਿਸਟ ਕਰਦਾ। ਤੇ ਅਸੀਂ ਇਹ ਟੈਕਨੀਕਲੀ ਮੰਨ ਕੇ ਚੱਲਦੇ ਕਿ ਪ੍ਰੈਜ਼ੈਂਟਲੀ ਓਨਲੀ ਦੇयर ਆਰ 3 ਕੰਟਰੀਜ਼, ਅਮਰੀਕਾ, ਚਾਈਨਾ ਐਂਡ ਇੰਡੀਆ। ਔਰ ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਦੱਸ ਦੇਣਾ ਚਾਹਾਂਗਾ ਕਿ ਜਦੋਂ ਸਾਰਾ ਯੂਨਾਈਟਿਡ ਸੀਗਾ, ਰਸ਼ੀਆ 1957 ਦੇ ਵਿੱਚ ਸਭ ਤੋਂ ਪਹਿਲਾਂ ਉਸਨੇ ਸਪੁਤਨਿਕ ਭੇਜਿਆ ਹੈ। ਔਰ ਉਹ ਫਰਸਟ ਐਫਰਟ ਸੀ ਜੋ ਅਸੀਂ ਇਨਸਾਨੀ ਤੌਰ ਦੇ ਉੱਤੇ ਗੱਲ ਕਰਦੇ ਹਾਂ, ਇਨਸਾਨੀ ਜਾਤੀ ਦੀ ਗੱਲ ਕਰਦੇ ਹਾਂ। ਉਸ ਤੋਂ ਬਾਅਦ ਇੰਡੀਆ ਦਾ ਜੋ ਜਾਂਦਾ ਹੈ ਉਹ 1975 ਦੇ ਵਿੱਚ ਜਾਂਦਾ ਹੈ, ਆਰਿਆਭੱਟ, ਜੋ ਇੰਡੀਆ ਵੱਲੋਂ ਫਰਸਟ ਐਫਰਟ ਸੀ। ਬਟ ਇਹੀ ਇੱਕ ਸਭ ਤੋਂ ਵੱਡੀ ਇੰਟਰਨੈਸ਼ਨਲ ਇੰਪਲੀਕੇਸ਼ਨ ਹੋ ਗਈ ਕਿ ਅੱਜ ਮੈਂ ਇੱਥੇ ਬੈਠ ਕੇ ਤੁਹਾਡੇ ਸਾਹਮਣੇ ਕਹਿ ਰਹੀ ਹਾਂ, ਇਹ ਮੈਂ ਨਹੀਂ ਕਹਿ ਰਹੀ ਹਾਂ, ਇਹ ਪੋਲੀਟੀਕਲ ਐਕਸਪਰਟਸ ਕਹਿ ਰਹੇ ਨੇ ਇਹ ਕਿ ਦੇਖੋ ਜੀ ਦੇयर ਆਰ 3 ਕੰਟਰੀਜ਼, ਮਤਲਬ ਅਸੀਂ ਦਿਸ ਇਜ਼ ਪੋਲੀਟਿਕਸ, ਦਿਸ ਇਜ਼ ਪੋਲੀਟਿਕਸ। ਅੱਛਾ, ਉਸ ਤੋਂ ਵੀ ਵੱਡੀ ਜਿਹੜੀ ਗੱਲ ਇਹ ਹੋਈ ਹੈ ਕਿ ਅਸੀਂ $77 ਮਿਲੀਅਨ ਇਸ ਪ੍ਰੋਜੈਕਟ ਨੂੰ ਲਗਾ ਕੇ, ਠੀਕ ਹੈ, ਸਾਨੂੰ ਟਾਈਮ ਜ਼ਿਆਦਾ ਅਸੀਂ ਲਗਾ ਦਿੱਤਾ, ਠੀਕ ਹੈ, ਅਸੀਂ ਇੱਕ ਛੋਟੀ ਜੀ ਜਿਹਨੂੰ ਕਹਿੰਦੇ ਨਾ ਟਾਂਗੇ 'ਚ ਬੈਠ ਕੇ ਚਲੇ ਗਏ, ਅਸੀਂ ਫਰਾਰੀ 'ਚ ਬਹਿ ਕੇ ਨਹੀਂ ਗਏ, ਹੈ ਨਾ। ਅਗਰ ਅਸੀਂ ਰਸ਼ੀਅਨਸ ਨੂੰ ਦੇਖੀਏ, ਦੇ ਹੈਵ ਸਪੈਂਟ ਅਰਾਊਂਡ $200 ਮਿਲੀਅਨ। ਸ਼ੋਰ, ਤੁਸੀਂ ਕੰਪੈਰੀਜ਼ਨ ਦੇਖ ਲਓ। ਹੁਣ ਇੰਡੀਆ ਨੂੰ ਚਾਹੇ ਤੁਸੀਂ ਜੁਗਾੜੂ ਕਹਿ ਲਓ ਜਾਂ ਫਿਰ ਤੁਸੀਂ ਕਹਿ ਲਓ ਵਾਈਜ਼ ਵਿਜ਼ਡਮ
ਦੇ ਪਰੇ ਹੋਏ ਕਹਿ ਲਓ, ਜੋ ਮਰਜ਼ੀ ਕਹਿ ਲਓ, ਬਟ ਦਿਸ ਇਜ਼ ਆਵਰ ਗ੍ਰੇਟ ਅਚੀਵਮੈਂਟ। ਯਾ ਉਸ ਤੋਂ ਬਾਅਦ ਇੱਕ ਗੱਲ ਹੋਰ ਆਉਂਦੀ ਹੈ ਕਿ ਹੁਣ ਇਹਦੇ ਕਰਕੇ ਅੱਜ ਇੰਡੀਆ ਇਜ਼ ਨਾਟ ਅ ਡਿਵੈਲਪਡ ਕੰਟਰੀ, ਬਟ ਇਟ ਹੈਜ਼ ਮੇਡ ਇੰਡੀਆ ਇਨ ਲਾਈਨ ਆਫ ਐਡਵਾਂਸਡ ਕੰਟਰੀਜ਼। ਯਾ ਸ਼ੋਰ। ਅੱਛਾ ਦੇਖੋ, ਜਿਹੜੇ ਡਿਵੈਲਪਡ ਮੁਲਕ ਨੇ ਜਿੱਦਾਂ ਕੈਨੇਡਾ ਹੈ, Canada is there, Australia is there, Europe is there, Japan is there, South Korea is there, ਇਹਨਾਂ ਨੇ ਨਹੀਂ ਭੇਜੇ। ਉਹਦੀ ਇੱਕ ਰੀਜ਼ਨ ਇਹ ਵੀ ਹੈ, ਮਤਲਬ ਕਿਉਂ ਨਹੀਂ ਭੇਜੇ, ਬੀਇੰਗ ਅ ਡਿਵੈਲਪਡ, ਹੈ ਨਾ, ਬਿਕੋਜ਼ ਦੇ ਵਰ ਡਿਪੈਂਡੈਂਟ ਅਪੋਨ ਅਮਰੀਕਨ ਟੈਕਨੋਲੋਜੀ ਕਿ ਚਲੋ ਜੇ ਜ਼ਰੂਰਤ ਹੋਏਗੀ ਅਮਰੀਕਾ ਇਜ਼ ਆਲਵੇਜ਼ ਦੇਅਰ ਟੂ ਹੈਲਪ ਅਸ ਟੂ ਡੂ ਦਿਸ ਸਪੇਸ ਵਰਕ। ਨਾਓ ਨੰਬਰ 3, ਇਹ ਜਿਹੜੀ ਅਸੀਂ ਸਪੇਸ 'ਚ ਜਿਹੜਾ ਸਾਡਾ ਚੰਦਰਯਾਨ 3 ਗਿਆ ਹੈ ਜੀ, ਜਿਹੜਾ ਆਉਣ ਵਾਲਾ ਯੁੱਗ ਹੋਣਾ ਹੈ, ਠੀਕ ਹੈ, ਜਿਹੜੀਆਂ ਉਹਦੀਆਂ ਬੈਟਲਸ ਹੈ, ਵਾਰਸ ਹੈ, ਉਹ ਸਾਰੀਆਂ ਸਪੇਸ ਓਰੀਐਂਟਡ ਹੋਣੀਆਂ। ਤੋ ਇਟ ਹੈਜ਼ ਗਿਵਨ ਅਸ ਅ ਵੈਰੀ ਬਿਗ ਲਿਵਰੇਜ, ਇੱਕ ਸਾਨੂੰ ਬਹੁਤ ਹੀ ਵੱਡਾ ਮਤਲਬ ਇੱਕ ਸਾਨੂੰ ਪਹਿਚਾਨ ਮਿਲ ਗਈ ਹੈ, ਮਤਲਬ ਰੱਬ ਦੀ ਬੜੀ ਮਿਹਰ ਹੈ, ਕਿਰਪਾ ਹੈ। ਤੋ ਵੀ ਆਰ ਲਾਈਕ ਸ਼ਾਈਨਿੰਗ ਰੀਅਲੀ ਵੈਰੀ ਬ੍ਰਾਈਟਲੀ। ਯਾ ਸਪੇਸ ਸਾਇੰਸ ਦੇ ਵਿੱਚ ਅਸੀਂ ਇੱਕ ਲੀਡਰ ਹੋ ਕੇ ਉੱਭਰੇ ਹਾਂ ਔਰ ਪ੍ਰਾਈਵੇਟ ਸਰਵਿਸ ਪ੍ਰੋਵਾਈਡਰ ਵੀ ਬਣਨ ਜਾ ਰਹੇ ਹਾਂ ਕਿ ਹੋਰ ਕੋਈ ਕੰਟਰੀ ਸਾਡੇ ਨਾਲ ਟਾਈ ਅਪ ਕਰਕੇ ਆਪਣਾ ਕੋਈ ਯਾਨ, ਕੋਈ ਸੈਟੇਲਾਈਟ ਭੇਜਣਾ ਚਾਹੁੰਦਾ ਹੈ ਸਪੇਸ ਦੇ ਵਿੱਚ, ਤਾਂ ਅਸੀਂ ਉਹਨੂੰ ਸਰਵਿਸ ਵੀ ਪ੍ਰੋਵਾਈਡ ਕਰਾਂਗੇ ਔਰ ਇਸ ਨਾਲ ਸਾਡੀ ਸਪੇਸ ਇਕੋਨਮੀ ਵੀ ਬਹੁਤ ਰਿਚ ਹੋ ਜਾਏਗੀ, ਕਿਉਂਕਿ ਆਲਰੇਡੀ ਪੂਰੀ ਦੁਨੀਆ ਦੇ ਵਿੱਚ $500 ਬਿਲੀਅਨ ਦੀ ਇਹ ਇਕੋਨਮੀ ਐਗਜ਼ਿਸਟ ਕਰਦੀ ਆ। ਨਾਓ ਇੰਡੀਆ ਇਜ਼ ਅ ਨਿਊ ਪਲੇਅਰ ਇਨ ਦਿਸ ਫੀਲਡ। ਹੁਣ ਚੰਦਰਯਾਨ 3 ਨਾਲ ਕੀ ਹੋਇਆ ਹੈ ਕਿ ਇਹਨੂੰ ਕਿਹਾ ਜਾ ਰਿਹਾ ਹੈ ਰਿਚ ਵਿਜ਼ਨ ਆਫ ਅ ਪੂਅਰ ਕੰਟਰੀ ਸ਼ੋਰ, ਜਾਂ ਗ੍ਰੇਟਨੈਸ ਆਫ ਅ ਪੂਅਰ ਕੰਟਰੀ। ਚੰਦਰਯਾਨ ਨੂੰ ਕਿਹਾ ਜਾ ਰਿਹਾ ਹੈ ਚੰਦਰਯਾਨ ਆਫ ਗਲੋਬਲ ਸਾਊਥ। ਅਗਰ ਅਸੀਂ ਆਪਣੇ ਮੈਪ ਨੂੰ ਡਿਵਾਈਡ ਕਰੀਏ ਸਾਊਥ ਔਰ ਨਾਰਥ, ਦੋ ਆਪਾਂ ਲੈਣੇ, ਨਾਰਥ ਮਤਲਬ ਜਿਹੜੀਆਂ ਰਿਚ ਕੰਟਰੀਜ਼ ਆ, ਸਾਊਥ ਮਤਲਬ ਜਿਹੜੀਆਂ ਪੂਅਰ ਕੰਟਰੀਜ਼ ਹੈ। ਮਤਲਬ ਹੁਣ ਜਿਹੜਾ ਅੱਛਾ ਦੇਖੋ, ਇੱਕ ਹੋਰ ਮਜ਼ੇਦਾਰ ਦੀ ਗੱਲ ਦੱਸਾਂ ਤੁਹਾਨੂੰ ਮੈਂ, ਜਿਹੜਾ ਹੁਣ ਗਲੋਬਲ ਸਾਊਥ ਦਾ ਕਨਸੈਪਟ ਹੈ ਜੀ, ਦਿਸ ਵਾਜ਼ ਗਿਵਨ ਬਾਈ ਇੰਡੀਆ, ਠੀਕ ਹੈ ਜੀ। ਅੱਜ ਤੁਸੀਂ ਸ਼ੀ ਜਿੰਗਪਿੰਗ ਦੀ ਸਪੀਚ ਕੱਢ ਕੇ ਦੇਖ ਲਓ, ਪਿਊਟਿਨ ਦੀ ਕੱਢ ਲਓ, ਦੇ ਆਰ ਯੂਜ਼ਿੰਗ ਦਿਸ ਟਰਮ, ਇਹ ਟਰਮ ਨੂੰ ਦੇ ਰਹੇ ਹਨ। ਦਿਸ ਇਜ਼ ਹਾਊ ਇੱਕ ਟ੍ਰੈਂਡ ਸੈੱਟ ਹੁੰਦਾ ਤਾਂ ਨੈਰੇਟਿਵਸ ਨੂੰ ਸਪਿਨ ਕੀਤਾ ਜਾਂਦਾ ਹੈ। ਤੇ ਜਿਹੜਾ ਗਲੋਬਲ ਸਾਊਥ ਦਾ ਕਨਸੈਪਟ ਹੈ, ਇਹਨੇ ਇੰਡੀਆ ਨੂੰ ਬਹੁਤ ਹੀ ਵੱਡੀ ਇੱਕ ਸੌਫਟ ਪਾਵਰ ਬਣਾਤਾ ਹੈ ਔਰ ਗਲੋਬਲ ਸਾਊਥ ਨੂੰ ਇੱਕ ਆਇਡੈਂਟੀਟੀ ਵੀ ਦੇਤੀ ਹੈ, ਚਾਹੇ ਫਿਰ ਚੰਦਰਯਾਨ 3 ਹੋਵੇ ਜਾਂ ਫਿਰ ਕੋਈ ਹੋਰ ਉਹਨਾਂ ਦੀਆਂ ਅਚੀਵਮੈਂਟਸ ਹੋਣ। ਸ਼ੋਰ, ਇਹ ਨੈਚੁਰਲੀ ਐਡ ਅਪ ਕਰੇਗਾ ਇੰਡੀਆ ਦਾ ਜੋ ਇਮੇਜ ਹੈ ਪੂਰੀ ਇਹਦੇ ਕਰਕੇ ਨਾ ਇੱਕ ਕਲਚਰਲ ਚੇਂਜ ਆਣੀ ਇੰਡੀਆ 'ਚ, ਨਾਟ ਓਨਲੀ ਇਨ ਇੰਡੀਆ ਬਟ ਇਨ ਸਾਊਥ ਏਸ਼ੀਆ। ਕਲਚਰਲ ਚੇਂਜ ਕਿੱਦਾਂ, ਇੱਕ ਕਰੀਅਰ ਆਪਸ਼ਨ ਬਣ ਕੇ ਉਭਰਨਾ ਬੱਚਿਆਂ ਦੇ ਲਈ। ਸ਼ੋਰ, ਜਿੰਨੀ ਵੀ ਸਾਊਥ ਏਸ਼ੀਆ ਦੀ, ਮੈਂ ਇੰਡੀਆ ਦੀ ਜਨਰੇਸ਼ਨ ਦੀ ਜਾਂ ਇੰਡੀਆ ਦੇ ਸਿਟੀਜ਼ਨਸ ਦੀ ਗੱਲ ਨਹੀਂ ਕਰ ਰਹੀ ਹਾਂ, ਜਿਹੜੇ ਸਾਡੇ ਆਸ-ਪਾਸ ਦੇ ਨੇਬਰਿੰਗ ਕੰਟਰੀਜ਼ ਹੈ, ਅਸੀਂ ਉਹਨਾਂ ਨੂੰ ਵੀ ਇਨਸਪਾਇਰ ਕੀਤਾ। ਬਿਲਕੁਲ ਕੀਤਾ ਹੈ ਔਰ ਪ੍ਰਾਈਵੇਟ ਇਨਵੈਸਟਮੈਂਟਸ ਨੂੰ ਵੀ ਅਸੀਂ ਇਨਸਪਾਇਰ ਕੀਤਾ ਹੈ ਇਸ ਫੀਲਡ ਦੇ ਵਿੱਚ। ਔਰ ਪਤਾ ਕਿ ਇਨਵੈਸਟਮੈਂਟ ਤਾਂ ਚੱਲਦੀ ਰਹਿਣੀ ਹੈ, ਉਹ ਤਾਂ ਸਾਡਾ ਮੇਨ ਇੰਜਨ ਹੈ, ਲੇਕਿਨ ਜਿਹੜਾ ਇੱਕ ਕਲਚਰਲ ਚੇਂਜ ਲੈ ਕੇ ਆਣਾ ਨਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਮਤਲਬ ਇਹ ਹੈ ਕਿ ਇੰਡੀਆ ਦਾ ਪੂਅਰ ਕੰਟਰੀਜ਼ ਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਕਿ ਵੀ ਟੂ ਕੈਨ ਡੂ ਇਟ, ਜਾਂ ਇੰਡੀਆ ਹੈ। ਔਰ ਅਸੀਂ ਤਾਂ ਓਪਨ ਨਹੀਂ ਕਹਿੰਦੇ ਕਿ ਵੀ ਵਿਲ ਬੀ ਸ਼ੇਅਰਿੰਗ, ਜਾਂ ਅਸੀਂ ਤਾਂ ਪਹਿਲੇ ਕਹਿ ਰਹੇ ਚੰਦਰਯਾਨ ਸਾਡਾ ਨਹੀਂ ਹੈ, ਗਲੋਬਲ ਸਾਊਥ ਦਾ। ਐਕਚੁਅਲੀ ਜਦੋਂ ਇੰਟਰਨੈਸ਼ਨਲ ਟ੍ਰੀਟੀ ਸਾਇੰਸ ਹੁੰਦੀਆਂ ਨੇ, ਉਦੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜੇ ਸਪੇਸ ਸਾਇੰਸ ਦੇ ਵਿੱਚ ਇੱਕ ਕੰਟਰੀ ਕੁਝ ਨਵੀਂ ਖੋਜ ਕਰਦਾ ਤੇ ਉਹ ਡਾਟਾ ਸਾਰੇ ਦੂਸਰੀ ਕੰਟਰੀਜ਼ ਵਾਸਤੇ ਵੀ ਅਵੇਲੇਬਲ ਹੋਣਾ ਚਾਹੀਦਾ, ਕਿਉਂਕਿ ਅਸੀਂ ਮਿਲ ਕੇ ਸਪੇਸ ਸਾਇੰਸ ਦੇ ਵਿੱਚ ਹੋਰ ਗਲੋਰੀਫਾਈ ਕਰੀਏ ਆਪਣੇ ਆਪ ਨੂੰ, ਕਿਉਂਕਿ ਅਸੀਂ ਨਵੀਆਂ ਦੁਨੀਆ ਖੋਜ ਕੇ ਉੱਥੇ ਜਾ ਕੇ ਵਸਣਾ ਚਾਹੁੰਦੇ ਹਾਂ ਔਰ ਇਹ ਸਾਡੀ ਐਫਰਟ ਸ਼ੁਰੂ ਤੋਂ ਰਹੀ ਹੈ। ਪਰ ਪੋਲਿਟਿਕਸ ਦੀ ਅਸੀਂ ਗੱਲ ਕੀਤੀ ਹੈ ਕਿ ਟ੍ਰੋਲਿੰਗ ਸ਼ੁਰੂ ਹੋ ਗਈ ਹੈ, ਯੂਕੇ ਵਾਲਿਆਂ ਨੇ ਵੀ ਟ੍ਰੋਲਿੰਗ ਕੀਤੀ ਹੈ, ਤੇ ਇੰਡੀਅਨਸ ਨੇ ਵੀ ਕਹਿੰਦੇ ਅਸੀਂ ਵੀ ਘੱਟ ਨਹੀਂ ਹੈਗੇ, ਅਸੀਂ ਵੀ ਟ੍ਰੋਲਿੰਗ ਕਰਾਂਗੇ। ਹੁਣ ਇਹ ਕੀ ਸੀਨ ਬਣ ਗਿਆ? ਹਾਂ, ਜੋ ਲੋਕਲ ਪਾਰਟੀਆਂ ਨੇ, ਨੈਸ਼ਨਲ ਪਾਰਟੀਆਂ ਨੇ, ਉਹ ਵੀ ਟ੍ਰੋਲਿੰਗ ਹੋ ਰਹੀ ਹੈ ਜੀ, ਸਾਡੇ ਵੇਲੇ ਬਣਿਆ ਸੀ ਨਾਸਾ, ਇਹ ਕਹਿ ਰਹੇ ਨੇ ਅਸੀਂ ਕੀਤਾ ਹੈ, ਅਸੀਂ ਕਰ ਸਕਦੇ ਹਾਂ, ਉਹ ਕਹਿੰਦੇ ਨਹੀਂ ਜੀ ਅਸੀਂ ਜੇ ਫਾਊਂਡੇਸ਼ਨ ਨਾ ਕਰਦੇ। ਵਾਟਸ ਦਿਸ ਆਲ ਅਬਾਊਟ? ਇਹ ਨਾ ਜਿੱਦਾਂ ਇੱਕ ਬੜੀ ਅੱਛੀ ਪਿਕਚਰ ਚੱਲ ਰਹੀ ਹੁੰਦੀ ਹੈ ਨਾ, ਤੇ ਦਰਸ਼ਕ ਬੈਠ ਕੇ ਆਪਣਾ ਫੀਡਬੈਕ ਦੇ ਰਹੇ ਹੁੰਦੇ ਆ, ਇਟਸ ਲਾਈਕ ਦੈਟ ਹੁਣ ਅਸੀਂ ਇੰਡੀਆ ਦਾ ਅਗਰ ਕਰੀਏ ਤੇ ਇੰਡੀਆ 'ਚ ਆਪਣੀ ਘਰੇਲੂ ਲੜਾਈ ਛਿੜ ਗਈ ਹੋਈ ਹੈ ਕਿ ਜੀ ਕੱਲ ਐਕਚੁਅਲੀ ਪ੍ਰਾਈਮ ਮਿਨਿਸਟਰ ਗ੍ਰੀਸ ਤੋਂ ਆ ਕੇ ਉਹ ਬੈਂਗਲੌਰ ਉੱਥੇ ਉਹਨਾਂ ਨੂੰ ਸੰਬੋਧਨ ਕਰਨਗੇ ਬੈਂਗਲੌਰ 'ਚ, ਤੇ ਉਹਨਾਂ ਨੇ ਕਿਹਾ ਜੀ ਜਿੱਥੇ ਫਸਟ ਸਾਡਾ ਚੰਦਰਯਾਨ 1 ਲਾਂਚ ਹੋਇਆ ਸੀਗਾ, ਉਹ ਜਿਹੜੀ ਜਗ੍ਹਾ ਸੀ ਉਹਨੂੰ ਜਵਾਹਰ ਪੁਆਇੰਟ ਦਿੱਤਾ ਸੀਗਾ ਕਾਂਗਰਸ ਨੇ ਉਸ ਸਮੇਂ,
ਤੇ ਪ੍ਰਾਈਮ ਮਿਨਿਸਟਰ ਨੇ ਪੁਆਇੰਟ 2 ਨੂੰ ਜਿੱਥੇ ਸਾਡਾ ਚੰਦਰਯਾਨ ਫੇਲ ਹੋਇਆ ਸੀ ਉਹਨੂੰ ਤਿਰੰਗਾ ਪੁਆਇੰਟ ਕਹਿ ਦਿੱਤਾ, ਔਰ ਜਿੱਥੇ ਹੁਣ ਸਾਡਾ ਸਾਊਥ 'ਚ ਜਿੱਥੇ ਲਾਂਚ ਆਇਆ ਉਹਨੂੰ ਉਹ ਕਹਿ ਦਿੱਤਾ ਸ਼ਿਵ ਸ਼ਕਤੀ ਪੁਆਇੰਟ। ਤੇ ਇਹਨੂੰ ਲੈ ਕੇ ਬਵਾਲ ਮਤਲਬ ਸ਼ੁਰੂ ਹੋ ਗਿਆ ਕਿ ਵਾਈ ਦਿਸ। ਫਿਰ ਇਹਦਾ ਜਵਾਬ ਇਹ ਆਂਦਾ ਕਿ ਜੀ ਸਿਆਚਨ ਇਜ਼ ਦੀ ਨਾਰਥ, ਜਿਹਨੂੰ ਅਸੀਂ ਇੰਦਰਾ ਪੋਲ ਨਾਮ ਦਿੱਤਾ ਹੋਇਆ, ਐਂਡ ਇਨ ਡੀਪ ਸਾਊਥ ਵੀ ਹੈਵ ਅੰਡਾਮਾਨ ਨਿਕੋਬਾਰ ਆਈਲੈਂਡ, ਜਾਂ ਜਿਹਨੂੰ ਆਪਾਂ ਮਲੱਕਾ ਸਟ੍ਰੇਟ ਕਹਿੰਦੇ ਹਾਂ, ਉੱਥੇ 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 ਅਸੀਂ ਇੰਦਰਾ ਪੁਆਇੰਟ ਦਿੱਤਾ, ਉੱਥੇ ਇੰਦਰਾ ਪੋਲ ਦਿੱਤਾ। ਦੈਨ ਵਾਟਸ ਰੋਂਗ ਵਿਦ ਇਟ। ਖੈਰ ਇਹ ਤਾਂ ਘਰੇਲੂ ਗੱਲਾਂ, ਇਹ ਚੱਲਦੀਆਂ ਰਹਿੰਦੀਆਂ, ਇਹਦੇ ਬਗੈਰ ਪੋਲੀਟਿਕਸ ਦਾ ਮਜ਼ਾ ਵੀ ਨਹੀਂ ਆਉਂਦਾ ਹੈ ਨਾ। ਅੱਛਾ, ਜੇ ਅਸੀਂ ਇੰਟਰਨੈਸ਼ਨਲ ਲੈਵਲ 'ਤੇ ਦੇਖੀਏ ਤਾਂ ਉੱਥੇ ਵੀ ਇੱਕ ਬੜੀ ਮਜ਼ੇਦਾਰ ਮਤਲਬ ਰਿਐਕਸ਼ਨਸ ਆ ਰਹੇ ਹੈ ਨਾ। ਉੱਥੇ ਕੀ ਆ ਰਿਹਾ ਕਿ BBC ਦੇ ਇੱਕ ਰਿਪੋਰਟਰ ਨੇ ਕਿਹਾ ਕਿ ਅਸੀਂ ਜੀ ਇਹਨਾਂ ਨੂੰ ਇੰਨੀ ਫੋਰਨ ਏਡ ਦੇ ਰਹੇ ਹਾਂ ਔਰ ਇਹ ਤਾਂ ਇਹਨਾਂ ਇੱਥੇ ਸਪੇਸ 'ਤੇ ਪਹੁੰਚ ਗਏ, ਵੀ ਸ਼ੁੱਡ ਸਟਾਪ ਇਟ ਹੈ ਨਾ। ਕੁਛ ਇੱਦਾਂ ਦੀਆਂ ਗੱਲਾਂ ਹੋਈਆਂ। ਫਿਰ ਉੱਥੋਂ ਜਵਾਬ ਆ ਰਿਹਾ ਹੈ ਕਿ ਤੁਸੀਂ ਸਾਨੂੰ ਕੌਣ ਹੁੰਦੇ ਹੋ ਏਡ ਦੇਣ ਵਾਲੇ, ਤੁਸੀਂ ਤਾਂ ਸਾਡਾ ਸਾਰਾ ਲੂਟ ਕਰਕੇ ਲੈ ਕੇ ਗਏ ਹੋ, ਤੁਸੀਂ ਸਾਨੂੰ ਕਲੋਨੀਅਲ ਬਣਾਇਆ। ਅਤੇ ਬੜੀ ਰੌਣਕ ਮੇਲਾ ਜਿਹਾ ਲੱਗਾ ਹੋਇਆ ਇੱਕ ਇਹਨੂੰ। ਮੈਨੂੰ ਲੱਗਦਾ ਕਿ ਇਹਨੂੰ ਇੰਜੋਏ ਕਰਨਾ ਚਾਹੀਦਾ, ਇਹਨੂੰ ਬਹੁਤ ਜ਼ਿਆਦਾ ਸੀਰੀਅਸਲੀ ਨਹੀਂ ਲੈਣਾ ਚਾਹੀਦਾ, ਔਰ 1-2 ਦਿਨਾਂ ਤੱਕ ਇਹ ਸਭ ਬੰਦ ਵੀ ਹੋ ਜਾਣਾ। ਲੇਕਿਨ ਇਹਦੇ ਪਿੱਛੇ ਸੋਸ਼ਲ ਮੀਡੀਆ ਜਿਹੜਾ ਉਹਦੀ ਪਾਵਰ ਉੱਭਰ ਕੇ ਆ ਰਹੀ ਹੈ ਕਿ ਹਾਊ ਟੂਡੇ ਪੀਪਲ ਆਰ ਵੈਲ they are having all information and they are taking interest in their national and international events। Yes. ਔਰ ਇੱਕ ਚੀਜ਼ ਇਹਦੇ 'ਚ ਆਉਂਦੀ ਹੈ ਕਿ ਜਦੋਂ ਅਸੀਂ ਲਾਈਵ ਟੈਲੀਕਾਸਟ ਦੇਖ ਰਹੇ ਹਾਂ ਚੰਦਰਯਾਨ 3 ਪਲੈਨਟ ਮੂਨ ਦੇ ਉੱਤੇ ਉਹ ਲੈਂਡ ਕਰਦਾ ਪਿਆ, ਉਸ ਵਕਤ PM ਮੋਦੀ ਉਸ ਸਕਰੀਨ ਦੇ ਉੱਤੇ ਅਪੀਅਰ ਹੁੰਦੇ ਨੇ, ਔਰ ਚੰਦਰਯਾਨ 3 ਦੇ ਨਾਲ PM ਮੋਦੀ ਸਾਹਿਬ ਦਾ ਵੀ ਵਿਜ਼ੂਅਲ ਚੱਲ ਰਿਹਾ ਹੈ। ਕਈ ਲੋਕਾਂ ਨੇ ਇਹਦੇ ਉੱਤੇ ਵੀ ਇਤਰਾਜ਼ ਕੀਤਾ ਹੈ ਹਾਂਜੀ ਕਿ ਫੁੱਲ ਸਕਰੀਨ ਦੇ ਉੱਤੇ ਚੰਦਰਯਾਨ 3 ਹੋਣਾ ਚਾਹੀਦਾ ਸੀ, ਮੋਦੀ ਸਾਹਿਬ ਨੂੰ ਸਕਰੀਨ ਸ਼ੇਅਰ ਨਹੀਂ ਕਰਨੀ ਚਾਹੀਦੀ ਸੀ। ਇਹ ਵੀ ਪੋਲੀਟੀਕਲ ਗੇਮ ਬਣੀ ਹੋਈ ਹੈ, ਪੋਲੀਟੀਕਲੀ ਟ੍ਰੋਲਿੰਗ ਹੋ ਰਿਹਾ। ਯੈਸ, ਹੋ ਰਹੀ ਹੈ। ਹੁਣ ਉਹਨਾਂ ਨੂੰ ਸ਼ੌਂਕ ਹੈ ਨਾ, ਤੁਸੀਂ ਕੀ ਕਰ ਲਓਗੇ। ਯੈਸ, ਯੂ ਆਰ ਵੈਰੀ ਮਚ ਰਾਈਟ। ਵੈਲ, ਇਹਦਾ ਹੁਣ ਮੈਂ ਕੀ ਜਵਾਬ ਦੇਵਾਂ ਤੁਹਾਨੂੰ, ਮੈਂ ਤੁਸੀਂ ਮਤਲਬ ਤੁਹਾਡੇ ਕੋਲ ਜ਼ਿਆਦਾ, ਪਰ ਦਿਸ ਹੈਜ਼ ਹੈਪਨਡ ਹੈ ਨਾ। ਦਿਸ ਹੈਜ਼ ਹੈਪਨਡ। ਔਰ ਉਸ ਤੋਂ ਬਾਅਦ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਬਾਅਦ ਵਿੱਚ ਅਪੀਅਰ ਹੋਣਾ ਚਾਹੀਦਾ ਸੀ ਕਿਉਂਕਿ ਸਭ ਲੋਕ ਚੰਦਰਯਾਨ 3 ਨੂੰ ਦੇਖਣਾ ਚਾਹੁੰਦੇ ਨੇ। ਇਸ ਤਰ੍ਹਾਂ ਦੀਆਂ तमाम ਗੱਲਾਂ ਹੋ ਰਹੀਆਂ ਨੇ। ਔਰ ਸੈਕਿੰਡ ਟੂ ਦੈਟ ਕਿ ਜਦੋਂ ਚੰਦਰਯਾਨ 3 ਲੈਂਡ ਕਰ ਜਾਂਦਾ ਹੈ ਉਸ ਤੋਂ ਬਾਅਦ ਸਾਰੇ ਲੋਕ ਸੁਣਨਾ ਚਾਹੁੰਦੇ ਨੇ ਕਿ ਜੋ ਸਾਰੀ ਟੀਮ ਹੈ, ਵਿਗਿਆਨਕ ਨੇ, ਸਾਰੇ ਸਾਇੰਟਿਸਟ ਬੈਠੇ ਨੇ, ਉਹ ਕੀ ਕਹਿਣਾ ਚਾਹੁੰਦੇ ਨੇ। ਔਰ ਉਸ ਤੋਂ ਬਾਅਦ ਜੋ ਸਾਇੰਟਿਸਟ ਚੀਫ ਨੇ ਇਸਰੋ ਦੇ, ਉਹ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਹਿ ਰਹੇ ਨੇ ਕਿ ਉਹ PM ਸਾਹਿਬ ਨੂੰ ਕਹਿ ਰਹੇ ਨੇ ਕਿ ਸਾਨੂੰ ਸੰਬੋਧਿਤ ਕਰੋ, ਔਰ ਉਹ ਕਾਫੀ ਟਾਈਮ ਲੈ ਰਹੇ ਨੇ PM ਸਾਹਿਬ ਸੰਬੋਧਨ ਕਰਨ ਦੇ ਵਿੱਚ, ਔਰ ਸਾਇੰਟਿਸਟ ਉਸ ਤੋਂ ਬਾਅਦ ਘੱਟ ਟਾਈਮ ਲੈ ਰਹੇ ਨੇ। ਇਹਦੇ ਉੱਤੇ ਵੀ ਸਾਰੀ ਗੱਲਬਾਤ ਹੋ ਰਹੀ ਹੈ ਕਿ ਸਾਇੰਟਿਸਟ ਨੂੰ ਜ਼ਿਆਦਾ ਟਾਈਮ ਲੈਣਾ ਚਾਹੀਦਾ। ਦੇਖੋ, ਸਾਇੰਟਿਸਟ ਨੇ ਜੇ ਇੰਨਾ ਟਾਈਮ ਲੈਣਾ ਸ਼ੁਰੂ ਕਰਤਾ ਨਾ ਜਿੱਦਾਂ ਮੋਦੀ ਸਾਹਿਬ ਲੈ ਰਹੇ ਆ, ਤੇ ਫਿਰ ਸਾਡਾ ਚੰਦਰਯਾਨ ਨਹੀਂ ਬਣਨਾ। ਚੰਦਰਯਾਨ ਸਾਡਾ ਬਣਿਆ ਹੀ ਤਾਂ ਕਿ ਸਾਇੰਟਿਸਟ ਨੇ ਉੱਧਰ ਟਾਈਮ ਲਾਇਆ, ਉੱਧਰ એનર્ਜੀ ਲਾਈ ਹੋਈ ਹੈ। ਇੱਥੇ ਮੋਦੀ ਸਾਹਿਬ ਜਾਂ ਜਿੰਨੇ ਵੀ ਪੋਲੀਟੀਸ਼ੀਅਨ ਨੇ ਉਹਨਾਂ ਨੂੰ ਹੀ ਰਹਿੰਦੇ ਹੋ। ਖੈਰ, ਇਹ ਸਾਰੇ ਪੋਲੀਟੀਕਲ ਮਜ਼ਾਕ ਵੀ ਕਹਿ ਸਕਦੇ ਹਾਂ, ਪੋਲੀਟੀਕਲ ਟ੍ਰੋਲਿੰਗ ਵੀ ਕਹਿ ਸਕਦੇ ਹਾਂ, ਜਾਂ ਪੋਲੀਟੀਕਲ ਸਟੰਟ ਵੀ ਕਹਿ ਸਕਦੇ ਹਾਂ। ਐਨੀਥਿੰਗ ਯੂ ਕੈਨ ਨੇਮ ਇਟ। ਸੋ ਆਪਾਂ ਅੱਗੇ ਵਧੀਏ। ਇਹ ਤਾਂ ਹੁਣ ਚੱਲਦਾ ਹੀ ਰਹਿਣਾ ਇੰਟਰਨੈਸ਼ਨਲੀ ਵੀ ਔਰ ਨੈਸ਼ਨਲੀ ਵੀ। ਨਾਲ ਆਪਾਂ ਦੂਸਰੀ ਗੱਲ ਕਰਾਂਗੇ ਕਿ ਇਹਦਾ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਤੇ ਦਾ ਅਸਰ ਪੈ ਹੀ ਰਿਹਾ। ਦੂਸਰਾ ਅਸਰ ਜੋ ਪੈ ਰਿਹਾ, ਮੇਨ ਘਟਨਾ ਹੋ ਰਹੀ ਹੈ ਬ੍ਰਿਕਸ ਦਾ ਜੋ ਸੰਮੇਲਨ ਹੈ, ਜਿਹਦੇ ਫਾਊਂਡਰ ਮੈਂਬਰਸ ਅਸੀਂ ਕਹਿ ਸਕਦੇ ਹਾਂ ਜਾਂ ਮੇਨ ਮੈਂਬਰਸ। ਮੈਂ ਇੱਥੇ ਬ੍ਰਿਕਸ ਤੋਂ ਪਹਿਲੇ ਇੱਕ ਗੱਲ ਕਹਿਣਾ ਚਾਹੂੰਗੀ। ਜਿਹੜੇ ਸਾਡੇ ਬ੍ਰਿਟਿਸ਼ ਜਦੋਂ ਸਾਡੇ ਇੰਡੀਆ ਨੂੰ ਛੱਡ ਕੇ ਗਏ ਸੀ ਤੇ ਉਹ ਕਹਿ ਕੇ ਗਏ ਸੀ ਕਿ ਜਿਹੜੇ ਸਾਊਥ ਏਸ਼ੀਆ ਨਾ, ਦੇ ਕੈਨ ਓਨਲੀ ਬੀ ਗੁੱਡ ਸਰਵਿਸ, ਇਹ ਅੱਛੇ ਸਰਵੈਂਟ ਹੋ ਸਕਦੇ ਹੈ। ਬਟ ਟੁਡੇ ਵੀ ਹੈਵ ਪ੍ਰੂਵ ਟੂ them no, we have a scientific temperament। ਅੱਛਾ, ਇੱਕ ਹੋਰ ਚੀਜ਼ ਨਾ ਬੜੀ ਮੀਡੀਆ ਦੇ ਵਿੱਚ ਆ ਰਹੀ ਹੈ, ਮੀਡੀਆ 'ਚ ਵੀ ਆ ਰਿਹਾ, ਔਰ ਇੱਕ ਸਾਜਿਦ ਤਰਾਰ ਨੇ, ਅਮਰੀਕਨ ਬੇਸਡ ਪੋਲੀਟੀਕਲ ਐਨਾਲਿਸਟ ਹੈ, ਪੋਲੀਟੀਸ਼ੀਅਨ ਵੀ ਹੈ। he is saying that we are very happy to have Chandrayaan 4 in America। ਚੰਦਰਯਾਨ 4 ਦੀ ਵੀ ਗੱਲਬਾਤ ਹੋ ਰਹੀ ਹੈ। ਉਹ ਚੰਦਰਯਾਨ 4 ਪਤਾ ਕਿਹਨੂੰ ਕਹਿ ਰਹੇ ਨੇ? ਉਹ ਕਹਿ ਰਹੇ ਰਾਮਾਸਵਾਮੀ ਨੂੰ, ਵਿਵੇਕ ਰਾਮਾਸਵਾਮੀ ਨਾ, ਜਿਹੜਾ ਉਹਨਾਂ ਦਾ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਉਹਨਾਂ ਨੂੰ ਉੱਥੇ ਚੰਦਰਯਾਨ 4 ਕਹਿ ਕੇ ਵੀ ਬੜੀ ਟ੍ਰੋਲਿੰਗ ਹੋ ਰਹੀ ਹੈ। ਇਹ ਵੀ ਬੜੀ ਗੱਲਬਾਤ ਹੋ ਰਹੀ ਹੈ। ਲਾਈਕ देयर आर 3 ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ, ਤੁਹਾਨੂੰ ਪਤਾ ਹੀ ਹੈ, ਜੋ ਇੰਡੀਅਨ origin ਦੇ ਨੇ। ਔਰ ਐਲਨ ਮਸਕ ਜੋ ਹੈ ਰਾਮਾਸਵਾਮੀ ਜੀ ਦੀ ਕਾਫੀ ਤਾਰੀਫ ਕਰ ਚੁੱਕੇ ਨੇ ਕਿ ਹੀ ਇਜ਼ ਦ ਇੰਟੈਲੀਜੈਂਟ ਗਾਈ ਔਰ ਡਿਜ਼ਰਵਿੰਗ ਕੈਂਡੀਡੇਟ ਹੈ। ਤੇ ਜਿੰਨੇ ਲੋਕ ਉਹਨੀਆਂ ਗੱਲਾਂ ਹੈ ਨਾ,
ਤੇ ਉਹਨੇ ਹੀ ਇਹ ਵੀ ਇੱਕ ਸੈਂਟੈਂਸ ਆ ਰਿਹਾ ਕਿ ਰਾਮਾਸਵਾਮੀ ਇਜ਼ ਚੰਦਰਾਇਨ 4 ਆਫ ਅਮਰੀਕਾ। ਐਲਨ ਮਸਕ ਇਸ ਚੀਜ਼ ਦੀ ਵੀ ਪ੍ਰਵੇਸ਼ ਕਰ ਰਹੇ ਨੇ ਕਿ ਇੰਡੀਆ ਨੇ ਬਹੁਤ ਘੱਟ ਬਜਟ ਦੇ ਅੰਦਰ ਚੰਦਰਾਇਨ 3 ਉੱਤੇ ਪਹੁੰਚਾ ਦਿੱਤਾ, ਜਿਹਨੂੰ ਤੁਸੀਂ ਕਹਿੰਦੇ ਹੋ ਜੁਗਾੜ। ਹਾਂ, ਯੈਸ। ਸੋ ਵੀ ਆਰ ਵੈਰੀ ਮਚ ਰਿਚ ਇਨ ਜੁਗਾੜ। ਸੋ ਬ੍ਰਿਕਸ ਵੱਲ ਹੁਣ ਆਉਂਦੇ ਆ। ਹਾਂਜੀ। ਚਾਈਨਾ ਔਰ ਰਸ਼ੀਆ ਮੇਨਲੀ ਉਹੀ ਇਸ ਨੂੰ ਹੈਡ ਕਰਦੇ ਨੇ, ਫਾਊਂਡਰਸ ਕਹਿ ਸਕਦੇ ਹੋ ਇੱਕ ਤਰ੍ਹਾਂ ਨਾਲ, ਮਤਲਬ ਉਹਨਾਂ ਦੀ ਜੋ ਐਕਟੀਵਿਟੀਜ਼ ਨੇ ਸਾਰੀ ਕੰਟਰੋਲ ਕਰਦੇ ਨੇ, ਔਰ ਇੰਡੀਆ ਨੂੰ ਤੇ ਨਾਲ ਲੈਣਾ ਹੀ ਹੁੰਦਾ, ਹਰ ਥਾਂ ਤੇ ਲੈਣਾ ਹੁੰਦਾ ਹੈ। ਸੋ ਇਸ ਦੇ ਨਾਲ ਇੱਕ ਸਭ ਤੋਂ ਵਧੀਆ ਜੋ ਚੇਂਜ ਆਣੀ ਹੈ, ਸਭ ਤੋਂ ਵੱਡੀ ਜੋ ਚੇਂਜ ਆਣੀ ਹੈ, ਉਹ ਇਹ ਹੈ ਕਿ ਇੱਕ ਤਰ੍ਹਾਂ ਨਾਲ ਜੋ 80 ਸਾਲ ਤੋਂ ਡਾਲਰ, ਅਮਰੀਕਨ ਡਾਲਰ ਦਾ ਦਬਦਬਾ ਹੈ, ਉਹ ਚੱਲਦਾ ਪਿਆ। ਕੁਝ ਚੀਜ਼ ਇਹਨੂੰ ਬੁਰਾ ਵੀ ਮੰਨਦੇ ਨੇ, ਕੁਝ ਚੀਜ਼ ਇਹਨਾਂ ਨੂੰ ਚੰਗਾ ਵੀ ਮੰਨਦੇ ਨੇ। ਹੁਣ ਇਹ ਸਾਰੀ ਕੀ ਗੇਮ ਬਣਦੀ ਪਈ ਹੈ, ਕਿਉਂਕਿ ਡੀ ਡਾਲਰਾਈਜੇਸ਼ਨ ਦਾ ਕਨਸੈਪਟ ਜਿਹੜਾ ਹੈ ਉਹ ਜੇ ਐਗਜ਼ਿਸਟ ਕਰਦਾ ਹੈ ਤਾਂ ਫਿਰ ਅਸੀਂ ਜੋ ਦੂਸਰੀ ਟਰਮ ਯੂਜ਼ ਕਰਦੇ ਹਾਂ ਨਿਊ ਵਰਲਡ ਆਰਡਰ, ਉਹਦੇ ਉੱਤੇ ਵੀ ਡਾਇਰੈਕਟ ਇੰਪੈਕਟ ਪੈਂਦਾ ਹੈ। ਸੋ ਇਹ ਕੀ ਬਣਦਾ ਪਿਆ, ਪਹਿਲਾਂ ਅਸੀਂ ਬ੍ਰਿਕਸ ਤੋਂ ਹੀ ਸ਼ੁਰੂ ਕਰਦੇ ਹਾਂ ਕਿ ਇਹ ਐਕਚੁਅਲੀ ਹੈ ਕੀ ਹੈ। ਇੱਕ ਬਰੀਫ ਜੀ ਇੰਟਰੋਡਕਸ਼ਨ ਬ੍ਰਿਕਸ ਦੀ। ਸਭ ਤੋਂ ਪਹਿਲੇ ਤੇ ਜਿਹੜੀ ਬ੍ਰਿਕਸ ਹੈ ਨਾ, ਇਹ ਇੱਕ ਸਮਾਲ ਆਰਗੇਨਾਈਜੇਸ਼ਨ ਹੈ, ਕਿਉਂਕਿ ਅੱਜ ਕੱਲ੍ਹ ਨਾ ਸਮਾਲ ਗਰੁੱਪਸ ਦਾ ਫੈਸ਼ਨ ਚੱਲ ਪਿਆ ਕਿ ਛੋਟੇ ਛੋਟੇ ਗਰੁੱਪਸ ਬਣਾਓ, ਔਰ ਇਹ ਗਰੁੱਪਸ ਕਿੰਨਾ ਦਾ ਗਲੋਬਲ ਸਾਊਥ ਵਾਲਿਆਂ ਦਾ। ਦਿਸ ਇਜ਼ ਐਂਟੀ ਅਮਰੀਕਨ ਵਰਡ ਮੈਨੂੰ ਨਹੀਂ ਯੂਜ਼ ਕਰਨਾ ਚਾਹੀਦਾ। ਅਮਰੀਕਨਸ ਦੇ ਜਿੰਨੇ ਵੀ ਗਰੁੱਪ ਹੈ ਉਹਨੂੰ ਕਾਊਂਟਰ ਕਰਨ ਲਈ ਇਹ ਇੱਕ ਗਰੁੱਪ ਖੜਾ ਹੋਇਆ ਹੈ, ਔਰ ਇਸ ਗਰੁੱਪ ਦੇ ਇਹ ਪਿਛਲੇ 12 ਕੁ ਸਾਲ ਤੋਂ ਇਹ ਐਗਜ਼ਿਸਟੈਂਸ 'ਚ ਹੈਗਾ ਜੀ। ਲੇਕਿਨ ਇਹਦੀ ਇੰਪੋਰਟੈਂਸ ਉੱਭਰ ਕੇ ਬਾਹਰ ਆਈ ਜਦੋਂ ਅਫਗਾਨਿਸਤਾਨ ਤੋਂ ਅਮਰੀਕਾ ਛੱਡ ਕੇ ਭੱਜ ਗਿਆ। ਦੂਸਰਾ ਰੀਜ਼ਨ ਜਿਹੜਾ ਮੇਨ ਬ੍ਰਿਕਸ ਅੱਜ ਇੰਨਾ ਹਾਈਲਾਈਟ ਹੋਇਆ ਪਿਆ ਹੈ, ਇਟ ਇਜ਼ ਬਿਕੋਜ਼ ਆਫ ਰਸ਼ੀਅਨ ਯੂਕਰੇਨ ਵਾਰ। ਇਹ ਦੋ ਚੀਜ਼ਾਂ, ਕਿਉਂਕਿ ਤੀਸਰਾ ਰੀਜ਼ਨ ਜਿਹੜਾ ਹੈ ਚਾਈਨਾ ਤੇ ਰਸ਼ੀਆ ਦਾ ਕਲੋਜ਼ ਆਣਾ। ਇਹ ਤਿੰਨ ਫੈਕਟਰਸ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਹੈ ਬ੍ਰਿਕਸ ਨੂੰ ਇੱਕ ਨਾ ਬਹੁਤ ਜ਼ਿਆਦਾ ਲਾਈਮਲਾਈਟ 'ਚ ਲਿਆ ਹੈ। ਜਿਹੜੀ ਅਮਰੀਕਨ ਇੰਟੈਲੀਜੈਂਟੀਸੀਆ ਹੋਣੀ ਜਾਂ ਅਮਰੀਕਨ ਡੀਪ ਸਟੇਟ ਹੋਣੀ ਹੈ, ਉਹ ਵੀ ਬੈਠ ਕੇ ਬ੍ਰਿਕਸ ਦੇ ਉੱਤੇ ਨਜ਼ਰ ਰੱਖੇ ਹੋਣੇ। ਹੁਣ ਆ ਜਿਹੜਾ ਬ੍ਰਿਕਸ ਦਾ ਸਮਿਟ, ਹੁਣ ਜਿਹੜਾ ਬ੍ਰਿਕਸ ਹੈ, ਇਹਨੂੰ ਇਹਦੇ ਥਰੂ ਮਤਲਬ ਇਹਦੇ ਅੰਦਰ ਵੀ ਦੋ ਕੈਂਪਸ ਬਣੇ ਹੋਏ ਹੈ। ਵਨ ਕੈਂਪ ਲੈਡ ਬਾਈ ਚਾਈਨਾ ਐਂਡ ਰਸ਼ੀਆ ਐਂਡ ਦੀ ਅਦਰ ਕੈਂਪ ਲੈਡ ਬਾਈ ਇੰਡੀਆ। ਅਰਾਊਂਡ 22 ਕੰਟਰੀਜ਼ ਨੇ ਐਪਲੀਕੇਸ਼ਨ ਦੇਤੀ ਹੈ ਇਹਦਾ ਮੈਂਬਰ ਬਣਨ ਲਈ, ਠੀਕ ਹੈ, ਔਰ 40 ਤਿਆਰ ਬੈਠੇ ਨੇ। ਇਹ ਅੱਜ ਦਾ ਡੇਟਾ ਹੈ। ਹੁਣ ਜਿਹੜਾ ਬ੍ਰਿਕਸ ਹੈ, ਬ੍ਰਿਕਸ ਇੱਕ ਸਿੰਬੋਲਿਕ ਹੈ ਕਿ ਅਸੀਂ ਵੈਸਟ ਦੀ ਲੀਡਰਸ਼ਿਪ ਨੂੰ ਹੁਣ ਨਹੀਂ ਫੋਲੋ ਕਰਨਾ। ਵੀ ਵਿਲ ਹੈਵ ਆਵਰ ਓਨ ਵਿਜ਼ਨ, ਆਵਰ ਓਨ ਲੀਡਰਸ਼ਿਪ। ਜੇ ਅਸੀਂ ਕਹੀਏ ਇਹਨਾਂ ਦੇ ਹਜੇ ਬ੍ਰਿਕਸ ਦਾ ਵੈਲਿਊ ਸਿਸਟਮ ਹਜੇ ਡਿਵੈਲਪ ਨਹੀਂ ਹੋਇਆ, ਕੋਈ ਆਈਡੀਓਲੋਜੀ ਨਹੀਂ ਡਿਵੈਲਪ ਹੋਈ, ਹਜੇ ਇਹ ਸਿਰਫ ਜੀਓ ਪੋਲੀਟੀਕਲ ਲੈਵਲ 'ਤੇ ਗੇਮ ਚੱਲ ਰਹੀ ਹੈ ਜਾਂ ਜੀਓ ਇਕਨੋਮਿਕਸ ਲੈਵਲ 'ਤੇ ਵੀ ਚੱਲ ਰਹੀ ਹੈ। ਮਤਲਬ ਸਿੱਧੀ ਜੀ ਗੱਲ ਹੈ, ਉਹ ਕਹਿੰਦੇ ਕਿ ਜਿੱਦਾਂ ਵੈਸਟਰਨ ਕੰਟਰੀਜ਼ ਜਾਂ ਅਮਰੀਕਾ ਨੇ ਆਪਣੇ ਗਰੁੱਪਸ ਬਣਾਏ ਹੋਏ, ਵੀ ਹੈਵ ਆਵਰ ਸੈਪਰੇਟ ਆਈਡੈਂਟੀਟੀ। ਔਰ ਸਭ ਤੋਂ ਮਜ਼ੇਦਾਰ ਗੱਲ ਹੈ, ਬ੍ਰਿਕਸ 'ਚ ਜਿੰਨੀ ਵੀ ਕੰਟਰੀਜ਼ ਹੈ ਨਾ, ਮਤਲਬ ਕੁਝ ਕੰਟਰੀਜ਼ ਛੱਡ ਕੇ, ਇੰਡੀਆ ਨੂੰ ਤੁਸੀਂ ਛੱਡ ਲਓ, ਹੋਰ ਛੱਡ ਲਓ, ਤੇ ਦੇ ਆਰ ਆਲ ਡਿਕਟੇਟਰਸ਼ਿਪ ਰਜੀਮ। ਜਦੋਂ ਕੋਵਿਡ ਦਾ ਟਾਈਮ ਆਇਆ ਸੀ ਤਾਂ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਇੱਕ ਦਿੱਤਾ ਸੀਗਾ ਸਲੋਗਨ, ਕੋਵਿਡ ਤੋਂ ਬਾਅਦ ਡਿਕਟੇਟਰਸ਼ਿਪ ਵਰਸਸ ਡੈਮੋਕ੍ਰੇਸੀ ਦਾ ਇੱਕ ਬੜਾ ਚੈਲੰਜ ਉੱਭਰ ਕੇ ਆਣਾ ਹੈ। ਔਰ ਬ੍ਰਿਕਸ 'ਚ ਉਹ ਵਾਲੇ ਨੇਸ਼ਨ ਹੈ ਜਿਨ੍ਹਾਂ ਨੇ ਕੰਡੈਮ ਹੀ ਨਹੀਂ ਕੀਤਾ ਰਸ਼ੀਅਨ ਜਾਂ ਯੂਕਰੇਨ ਵਾਰ ਨੂੰ। ਬਿਲਕੁਲ ਸਹੀ ਹੈ। ਔਰ ਬ੍ਰਿਕਸ ਦਾ ਲਗਾਤਾਰ ਐਕਸਪੈਂਸ਼ਨ ਵੀ ਹੋ ਰਿਹਾ ਹੈ। ਯੈਸ, ਹੁਣ ਐਕਸਪੈਂਸ਼ਨ ਦੀ ਗੱਲ ਇੱਦਾਂ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਸਪੀਚ ਦਿੱਤੀ ਜੀ, ਔਰ ਉਹਨਾਂ ਨੇ ਕਿਹਾ ਇਹਦੀ ਐਕਸਪੈਂਸ਼ਨ ਹੋਣੀ ਚਾਹੀਦੀ ਹੈ। ਹੁਣ ਇਹਦੀ ਐਕਸਪੈਂਸ਼ਨ ਨੂੰ ਇੱਥੇ ਤੱਕ ਲਿਆ ਜਾ ਰਿਹਾ ਹੈ ਕਿ ਇਟ ਵਿਲ ਵੀ, ਉਹ ਕਹਿੰਦੇ UN ਨੂੰ ਰਿਪਲੇਸ ਕਰੋ ਤੇ ਬ੍ਰਿਕਸ ਲੈ ਕੇ ਆਓ। ਹਾਲਾਂਕਿ ਇਹ ਗੱਲਾਂ ਦੇਖੋ, ਬ੍ਰਿਕਸ ਇਜ਼ ਟੂ ਯੰਗ, ਬ੍ਰਿਕਸ ਇਜ਼ ਜਸਟ ਲਾਈਕ ਅਭੀ ਹਜੇ ਜਵਾਨ ਹੋਣਾ, ਹਜੇ ਟਾਈਮ ਦੱਸੇਗਾ ਬ੍ਰਿਕਸ ਕਿੱਥੇ ਪਹੁੰਚੇ। ਇਨਫੈਂਟ ਹੈ ਹਜੇ। ਯੈਸ, ਇਨਫੈਂਸੀ 'ਚ ਬਿਲਕੁਲ। ਹੁਣ ਜਿਹੜੇ ਆਲਰੇਡੀ ਸਟੈਬਲਿਸ਼ ਸਟਰਕਚਰਸ ਨੇ ਵੈਸਟ ਦੇ, ਅਮਰੀਕਾ ਨੇ, ਉਹਨਾਂ ਨੂੰ ਚੈਲੰਜ ਮਿਲਣਾ ਸ਼ੁਰੂ ਹੋ ਗਿਆ ਹੈ। ਲੇਕਿਨ ਅਗਰ ਅਸੀਂ ਇਹ ਕਹੀਏ ਕਿ ਸਟਰਕਚਰ ਖਤਮ ਹੋ ਗਏ, ਇੱਦਾਂ ਨਹੀਂ ਹੈ, ਹੈ ਨਾ। ਬਟ ਦੇ ਆਰ ਹੈਵਿੰਗ ਅ ਵੈਰੀ ਕਲੋਜ਼ ਐਂਡ ਅ ਟਾਈਟ ਵਾਚ ਔਨ ਦਿਸ ਬ੍ਰਿਕਸ। ਸੋ ਬ੍ਰਿਕਸ ਦਾ ਡਾਇਰੈਕਟ ਰਿਲੇਸ਼ਨ ਜੋ US ਨਾਲ ਇਸ ਤਰ੍ਹਾਂ ਬਣਦਾ ਹੈ, ਇੱਕ ਤਾਂ ਕਾਊਂਟਰ ਕਰਨ ਵਾਸਤੇ। ਉਸ ਤੋਂ ਪਹਿਲੇ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗੀ, ਬ੍ਰਿਕਸ 'ਚ ਨਾ ਸਾਰੇ ਨਾ ਆਪਣਾ ਇੰਟਰਸਟ ਦੇਖਦੇ ਪਏ, ਉਹ ਤਾਂ ਇੰਟਰਨੈਸ਼ਨਲ ਰਿਲੇਸ਼ਨਸ 'ਚ ਦੇਖਣਾ ਹੀ ਹੁੰਦਾ ਹੈ। ਚਾਈਨਾ ਜਿਹੜਾ ਉਹ ਪੁਸ਼ ਕਰਨਾ ਚਾਹੁੰਦਾ ਅਮਰੀਕਾ ਨੂੰ,
ਰਸ਼ੀਆ ਜਿਹੜਾ ਡੀ ਡਾਲਰਾਈਜੇਸ਼ਨ ਉਹ ਕਹਿੰਦਾ ਇਮੀਡੀਏਟ ਡੀ ਡਾਲਰਾਈਜੇਸ਼ਨ ਹੋ ਜਾਏ ਵਿਚ ਇਜ਼ ਇੰਪੋਸੀਬਲ। ਇਸ ਪਲੇਟਫਾਰਮ ਦੇ ਥਰੂ ਹੀ ਡੀ ਡਾਲਰਾਈਜੇਸ਼ਨ ਦਾ ਜਿਹੜਾ ਕਨਸੈਪਟ ਹੈ ਉਹ ਇਮਰਜ ਹੁੰਦਾ ਹੈ। ਯਾ ਇੰਡੀਆ ਲੱਗਾ ਹੋਇਆ ਹੈ ਕਿ ਮੈਂ ਆਪਣੀ ਪਾਵਰ ਨੂੰ ਕਰਾਂ, ਹੈ ਨਾ, ਮੈਂ ਆਪਣਾ ਬੰਗਲਾਦੇਸ਼ ਲੈ ਕੇ ਆਵਾਂ, ਅਤੇ ਸਾਰੇ ਨਾ ਆਪਣੇ ਆਪਣੇ ਹਜੇ ਉਹਨੂੰ ਯੂਜ਼ ਕਰ ਰਹੇ ਨੇ ਹਜੇ ਪਲੇਟਫਾਰਮ ਨੂੰ। ਜੇ ਅਸੀਂ ਕਹੀਏ ਕਿ ਦੁਨੀਆ ਦੀ ਇੱਕ ਸ਼ਾਂਤੀ ਜਾਂ ਅਮਨ ਲਈ ਹੈ ਅਜੇ ਨਹੀਂ ਤਾਂ ਹੈ। ਆਈ ਐਮ ਯੈਸ। ਸੋ ਇਹਦੇ 'ਚ ਯੂਐਸ ਦਾ ਐਂਗਲ ਇਹ ਬਣਦਾ ਹੈ ਕਿ ਇੱਕ ਤਾਂ ਜੀਓ ਪੋਲੀਟੀਕਲੀ ਦੇਖਿਆ ਜਾਵੇ ਤਾਂ ਇਹਨੂੰ ਕਾਊਂਟਰ ਕਰਨ ਵਾਸਤੇ, ਇਹਦੀਆਂ ਸਾਰੀਆਂ ਗਤੀਵਿਧੀਆਂ ਨੂੰ ਕਾਊਂਟਰ ਕਰਨ ਵਾਸਤੇ, ਔਰ ਦੂਸਰਾ ਤੁਸੀਂ ਕਹਿ ਰਹੇ ਕਿ ਯੂਕਰੇਨ ਤੇ ਰਸ਼ੀਆ ਦੀ ਵਾਰ ਨੂੰ ਕੰਡੈਮ ਨਹੀਂ ਕੀਤਾ ਗਿਆ, ਇਸ ਕਰਕੇ ਇਹ ਹੈ ਕਿ ਜੇ ਕੰਡੈਮ ਨਹੀਂ ਕੀਤਾ ਤੇ ਉਹਨੂੰ ਸਪੋਰਟ ਮਿਲ ਰਹੀ ਹੈ, ਤਾਂ ਰਸ਼ੀਆ ਨੂੰ ਸਪੋਰਟ ਮਿਲ ਰਹੀ ਹੈ ਇਸ ਯੁੱਧ ਵਾਸਤੇ, ਔਰ ਉਧਰ ਯੂਐਸ ਨਾਟੋ ਦੇ ਜ਼ਰੀਏ ਸਪੋਰਟ ਕਰ ਰਿਹਾ ਯੂਕਰੇਨ ਨੂੰ। ਇਸ ਕਰਕੇ ਪੋਲੀਟੀਕਲੀ ਇੱਕ ਇਹ ਐਂਗਲ ਬਣਦਾ ਹੈ ਕਿ ਯੂਐਸ ਨੂੰ ਕਾਊਂਟਰ ਕੀਤਾ ਜਾ ਰਿਹਾ ਹੈ। ਸੈਕਿੰਡ, ਜੋ ਡੀ ਡਾਲਰਾਈਜੇਸ਼ਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਇਕਨੋਮਿਕਲੀ ਵੀ ਯੂਐਸ ਨੂੰ ਕਾਊਂਟਰ ਕਰਨ ਦੀ ਕੋਸ਼ਿਸ਼, ਔਰ ਨਿਊ ਵਰਲਡ ਆਰਡਰ ਦਾ ਜੋ ਕਨਸੈਪਟ ਹੈ ਉਹ ਜਾਰਜ ਬੁਸ਼ ਲੈ ਕੇ ਆਏ ਸੀ ਫਰਸਟ, ਤੇ ਉਹਨਾਂ ਨੇ ਜੋ ਕਨਸੈਪਟ ਦਿੱਤਾ, ਹਾਲਾਂਕਿ ਉਸ ਤੋਂ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ ਇਹ ਕਨਸੈਪਟ, ਲੇਕਿਨ ਆਫੀਸ਼ੀਅਲੀ ਉਹਨਾਂ ਨੇ ਡਿਕਲੇਅਰ ਕੀਤਾ, ਤਾਂ ਉਹਨਾਂ ਦਾ ਜਿਹੜਾ ਇਹ ਕਨਸੈਪਟ ਆ ਉਸ ਨੂੰ ਵੀ ਧੱਕਾ ਲੱਗਦਾ ਹੈ, ਕਿਉਂਕਿ ਜੇ ਡਾਲਰ ਨਹੀਂ ਰਹੇਗਾ, ਡਾਲਰ ਦਾ ਦਬਦਬਾ ਨਹੀਂ ਰਹੇਗਾ, ਤਾਂ ਨਿਊ ਵਰਲਡ ਆਰਡਰ ਨਹੀਂ ਰਹੇਗਾ, ਕਿਉਂਕਿ ਵਨ ਕਰੰਸੀ, ਉਹਨੇ ਨਿਊ ਕਰੰਸੀ ਕਿਹੜੀ ਹੋ ਸਕਦੀ ਹੈ? ਯੈਸ, ਬ੍ਰਿਕਸ ਦੇਖੋ ਕੰਬਾਈਨਡ ਕਰੰਸੀਸ ਕਰਕੇ ਇਹਨਾਂ ਨੇ ਯੂਰੋ ਕੱਢਿਆ ਜੀ। ਬ੍ਰਿਕਸ ਇੱਕ ਨਵੀਂ ਚੀਜ਼ ਲੈ ਕੇ ਆ ਰਿਹਾ ਹੈ ਕਿ ਵਾਈ ਕੰਬਾਈਨਡ ਕਰੰਸੀਸ, ਵਾਈ ਨਾਟ ਲੋਕਲ ਕਰੰਸੀਸ। ਹੁਣ ਇੱਥੇ ਨਾ ਸਾਨੂੰ ਨਾ ਕਰੰਸੀ ਦੀ ਥੋੜ੍ਹੀ ਜਿਹੀ ਨਾ ਹਿਸਟਰੀ ਸਮਝਣੀ ਪੈਣੀ ਹੈ। ਅੱਜ ਦੀ ਡੇਟ 'ਚ ਜੇ ਅਸੀਂ ਦੇਖੀਏ ਨਾ, ਕਰੰਸੀ ਨੂੰ ਆਪਾਂ 3 ਪਹਿਲੂਆਂ 'ਚ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਹੈ ਤੇ ਜਿਹੜਾ ਸਾਡੇ ਫੋਰਨ ਰਿਜ਼ਰਵ ਹੁੰਦੇ ਹੈ, ਨੰਬਰ 2 ਜਿਹੜੀ ਸਾਡੀ ਟ੍ਰਾਂਜੈਕਸ਼ਨ ਹੁੰਦੀ ਹੈ, ਨੰਬਰ 3 ਕਮੋਡਿਟੀ। ਫੋਰਨ ਰਿਜ਼ਰਵ ਹਰ ਕੰਟਰੀ ਰੱਖਦੀ ਹੈ ਆਪਣੇ ਦੁੱਖ ਸੁੱਖ ਲਈ, ट्रांजैक्शन ਤੁਹਾਨੂੰ ਪਤਾ ਜਿਹੜਾ ਇੰਪੋਰਟ ਐਕਸਪੋਰਟ ਹੁੰਦਾ ਹੈ। ਕਮੋਡਿਟੀ ਮਤਲਬ ਕਿਸੇ ਕੋ ਬਲੈਕ 'ਚ ਪੈਸੇ ਹੋ ਗਏ, ਉਹਨੇ ਡਾਲਰ 'ਚ ਕਨਵਰਟ ਕਰਕੇ ਜੇ ਰੱਖਣੇ ਤੇ ਇੱਦਾਂ। ਜੇ ਤੁਸੀਂ ਇਹਦਾ ਡੇਟਾ ਕੱਢ ਕੇ ਦੇਖੋ ਤੇ ਅਰਾਊਂਡ 90% ਆਫ 60% ਆਫ ਫੋਰਨ ਰਿਜ਼ਰਵ ਇਜ਼ ਇਨ ਫਾਰਮ ਆਫ ਡਾਲਰਸ। ਜਿੰਨੀਆਂ ਵੀ ਕੰਟਰੀਜ਼ ਕੱਢ ਲਓ, ਚਾਹੇ ਇੰਡੀਆ ਕੱਢ ਲਓ, ਚਾਈਨਾ ਕੱਢ ਲਓ, ਔਰ ਜਿਹੜੀ ਟ੍ਰਾਂਜੈਕਸ਼ਨ ਹੈ 90% ਜਿਹੜੀ ਦੁਨੀਆ ਦੀ ਟ੍ਰਾਂਜੈਕਸ਼ਨ ਹੈ ਉਹ ਵੀ ਡਾਲਰਸ 'ਚ ਲੈ ਰਹੀ ਹੈ। ਹੁਣ ਸਾਨੂੰ ਥੋੜ੍ਹਾ ਜਿਹਾ, ਹੁਣ ਇਹ ਨਿਊ ਕਰੰਸੀ ਦੀ ਗੱਲ ਕਰ ਰਹੇ ਹਾਂ, ਹੁਣ ਸਾਨੂੰ ਥੋੜ੍ਹਾ ਜਿਹਾ ਪਿੱਛੇ ਜਾਣਾ ਪਏਗਾ। ਜੇ ਮੈਂ 100 ਸਾਲ ਪਿੱਛੇ ਜਾਵਾਂ ਜਾਂ 150 ਸਾਲ ਪਿੱਛੇ ਜਾਵਾਂ, ਤੇ ਵਰਲਡ ਵਾਰ 1 ਤੱਕ ਪਾਊਂਡ ਜਿਹੜਾ ਹੈ, ਸਟਰਲਿੰਗ ਜਿਹਨੂੰ ਪਾਊਂਡ ਕਹਿੰਦੇ, ਉਹ ਡੋਮੀਨੇਟ ਕਰਦਾ ਸੀ ਇੰਟਰਨੈਸ਼ਨਲ ਮਾਰਕੀਟ। ਵਰਲਡ ਵਾਰ 1 ਤੱਕ, 1919 ਤੱਕ। 1919 ਤੋਂ ਥੋੜ੍ਹਾ ਪਾਊਂਡ ਡਿੱਗਣਾ ਸ਼ੁਰੂ ਹੋਇਆ ਤੇ ਡਾਲਰ ਵਧਣਾ ਸ਼ੁਰੂ ਹੋਇਆ। ਫਿਰ ਡਾਲਰ ਨੇ ਪੂਰਾ ਡੋਮੀਨੇਸ਼ਨ ਸ਼ੁਰੂ ਹੋ ਗਈ। ਇਹ ਜਿਹੜੀ ਡੋਮੀਨੇਸ਼ਨ ਹੈ ਇਹ ਚੱਲਦੀ ਹੈ 80 ਤੱਕ। 80 'ਚ ਫਿਰ ਇੱਕ ਕੰਬਾਈਨਡ ਕਰੰਸੀ ਆ ਜਾਂਦੀ ਇਨ ਫਾਰਮ ਆਫ ਯੂਰੋ। ਯੂਰੋਜ਼ ਨੇ ਕਾਫੀ ਕੰਪੀਟ ਕੀਤਾ। 2000 'ਚ ਜਦੋਂ ਅਸੀਂ ਪਹੁੰਚਦੇ ਹਾਂ 21st ਸੈਂਚੁਰੀ, ਤੇ ਦੇ ਆਰ ਲਾਈਕ ਆਲਮੋਸਟ ਮਤਲਬ ਡਾਲਰ ਵੀਕ ਹੁੰਦਾ 80 'ਚ, ਪਰ ਉਹ ਗੇਨ ਕਰ ਜਾਂਦਾ ਹੈ। ਹੁਣ ਅੱਜ ਜੇ ਅਸੀਂ ਸਾਰਾ ਡੇਟਾ ਦੇਖੀਏ ਜੀ, ਨੰਬਰ 1 ਕਰੰਸੀ ਇਜ਼ everybody knows dollars, followed by euro, ठीक है, then we have this yen of this Japan, Japanese yen hai, then we have Canadian dollar, the Australian dollar and yuan of this China. India ਦਾ 2.75% rupees pop up ਹੋਇਆ ਹੈ। ਕਹਿਣ ਦਾ ਮਤਲਬ ਇਹ ਹੈ ਜੇ ਅਸੀਂ ਡੇਟਾ ਐਨਾਲਿਸਿਸ ਕਰੀਏ ਔਨ ਦ ਬੇਸਿਸ ਆਫ ਡੈਟ, ਅਸੀਂ ਕਹਿ ਸਕਦੇ ਹਾਂ ਅਮਰੀਕਾ ਨੂੰ ਥ੍ਰੈਟ ਬ੍ਰਿਕਸ ਤੋਂ ਨਹੀਂ ਹੈ, ਚਾਈਨੀਜ਼ ਕਰੰਸੀ ਤੋਂ ਨਹੀਂ ਹੈ, ਇੰਡੀਅਨ ਕਰੰਸੀ ਤੋਂ ਨਹੀਂ ਹੈ, ਰਸ਼ੀਅਨ ਕਰੰਸੀ ਤੋਂ ਨਹੀਂ ਹੈ। ਅਮਰੀਕਾ ਨੂੰ ਕੌਣ ਕੰਪੀਟ ਕਰ ਰਿਹਾ? ਅਮਰੀਕਾ ਦੇ ਐਲਾਈਜ਼ ਜਿਹੜੇ ਯੂਰਪ 'ਚ ਬੈਠੇ ਹੋਏ ਹੈ ਇਨ ਫਾਰਮ ਆਫ ਯੂਰੋਜ਼, ਜਿਹੜੇ ਅਸੀਂ ਯੂਰੋਜ਼ ਕਹਿੰਦੇ ਹਾਂ ਜਾਂ ਪਾਊਂਡ ਕਹਿੰਦੇ ਹਾਂ, ਕਿਉਂਕਿ ਉਹ ਵੀ ਇੱਕ ਫਾਈਨੈਂਸ਼ੀਅਲ ਆਟੋਨੋਮੀ ਚਾਹੁੰਦੇ ਨੇ। ਉਹ ਵੀ ਇੱਕ ਰਸਤਾ ਕੱਢ ਰਹੇ ਕਿ ਕਿੱਦਾਂ ਅਸੀਂ ਡਾਲਰਸ ਨੂੰ, ਤੇ ਇਹ ਜਿਹੜਾ ਜੀਓ ਇਕਨੋਮਿਕ ਜਿਹੜਾ ਥ੍ਰੈਟ ਹੈ ਨਾ, ਥ੍ਰੈਟ ਕਹਿ ਲਓ ਜਾਂ ਕੰਪੀਟੀਸ਼ਨ ਕਹਿ ਲਓ, ਅਮਰੀਕਾ ਨੂੰ ਬ੍ਰਿਕਸ ਤੋਂ ਨਹੀਂ ਹੈ, ਅਮਰੀਕਾ ਨੂੰ ਕਿੱਥੋਂ ਹੈਗਾ? ਆਪਣੇ ਹੀ ਐਲਾਈਜ਼ ਤੋਂ ਹੈ। ਓਕੇ, ਅੱਛਾ, ਨਾਓ ਕਮਿੰਗ ਟੂ ਜੀਓ ਪੋਲੀਟਿਕਸ। ਜੀਓ ਪੋਲੀਟਿਕਸ ਇੱਕ ਇੱਥੇ ਬਹੁਤ ਵੱਡਾ, ਉਹਦੇ ਵਿੱਚ ਉੱਥੇ ਹੈ ਕਿ ਜਿਹੜਾ ਬ੍ਰਿਕਸ ਇਜ਼ ਕੰਪੀਟਿੰਗ ਵਿਦ ਅਮਰੀਕਾ। ਉੱਥੇ ਜਿਹੜਾ ਬ੍ਰਿਕਸ ਹੈ ਇਜ਼ ਰੀਅਲੀ ਕਮਿੰਗ ਅਪ। ਹੁਣ ਆਪਾਂ ਡੀ ਡਾਲਰਾਈਜੇਸ਼ਨ ਨੂੰ ਅਸੀਂ ਸਪਿਨ ਤਾਂ ਕਰ ਦਿੱਤਾ। ਮੇਰੇ ਖਿਆਲ ਅਸੀਂ ਜਨਵਰੀ ਦਾ ਡਿਸਕਸ ਕਰ, ਜੇ ਅਸੀਂ ਪ੍ਰੋਗਰਾਮ ਆਪਾਂ ਆਪਣੇ ਪੁਰਾਣੇ ਦੇਖੀਏ
ਸਿੰਸ ਜਨਵਰੀ ਅਸੀਂ ਡੀ-ਡਾਲਰਾਈਜੇਸ਼ਨ ਦਾ ਵਰਡ ਬੜਾ ਇਸਤੇਮਾਲ ਕੀਤਾ ਆਪਣੇ ਪ੍ਰੋਗਰਾਮ। ਸ਼ੋਰ। ਹੁਣ ਇਹ ਸਪਿਨ ਕੀਤੀ ਗਈ ਹੈ, ਲੇਕਿਨ ਇਹ ਹਜੇ ਇੱਕ ਇੰਨੀ ਵੱਡੀ ਮਤਲਬ ਇਹ ਹਜੇ ਮਟੀਰੀਅਲਾਈਜ਼ ਨਹੀਂ ਹੋਇਆ। ਸਟਾਰਟ ਜ਼ਰੂਰ ਹੋ ਗਿਆ ਕੰਮ, ਔਰ ਸਾਰੇ ਆਪਣੀ ਆਪਣੀ ਲੋਕਲ ਕਰੰਸੀ ਨੂੰ, ਲੇਕਿਨ ਸਾਰੇ ਦੁਖੀ ਬਹੁਤ ਹੈ। ਡਾਲਰ ਨੂੰ ਰਿਪਲੇਸ ਸਾਰੇ ਕਰਨਾ ਚਾਹੁੰਦੇ, ਇੱਕ ਸਾਈਕਲ ਚੱਲਦਾ ਹੈ, ਬਟ ਇਟਸ ਗੋਇੰਗ ਟੂ ਟੇਕ ਟਾਈਮ। ਇਹਦੇ ਵਿੱਚ ਇੱਕ ਪੁਆਇੰਟ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਅਮਰੀਕਾ ਦੇ ਵਾਸਤੇ ਇੱਕ ਚੈਲੰਜ ਹੈ। ਬ੍ਰਿਕਸ ਜੋ ਹੈ ਇੱਕ ਚੈਲੰਜ ਬਣਨ ਜਾ ਰਿਹਾ ਹੈ ਨਿਊ ਵਰਲਡ ਆਰਡਰ ਵਾਸਤੇ ਵੀ, ਔਰ ਡਾਲਰ ਵਾਸਤੇ ਵੀ, ਅਮਰੀਕਾ ਦੀ ਪੋਲੀਟੀਕਲ ਸਾਖ ਵਾਸਤੇ ਵੀ, ਅਮਰੀਕਾ ਦੇ ਬਿਜ਼ਨਸ ਵਾਸਤੇ ਵੀ, ਔਰ ਜੋ ਉਹਦੀ ਵਰਲਡ ਨੰਬਰ 1 ਦੀ ਪੋਜੀਸ਼ਨ ਹੈ, ਉਹਦੀ ਡੋਮੀਨੈਂਸ ਹੈ, ਉਹਦੇ ਵਾਸਤੇ ਵੀ ਇੱਕ ਚੈਲੰਜ ਬਣਨ ਜਾ ਰਿਹਾ। ਔਰ ਬ੍ਰਿਕਸ ਹੈ ਹੀ ਇਸ ਵਾਸਤੇ ਕਿ ਕਾਊਂਟਰ ਕਰੇ ਅਮਰੀਕਾ ਨੂੰ। ਨਾਓ PM ਮੋਦੀ ਕਹਿੰਦੇ ਨੇ ਇੰਡੀਆ ਤੋਂ ਕਿ ਐਕਸਪੈਂਸ਼ਨ ਹੋਣੀ ਚਾਹੀਦੀ ਹੈ ਬ੍ਰਿਕਸ ਦੀ। ਸੋ PM ਮੋਦੀ ਦੀ ਜੋ ਇਹ ਸਟੇਟਮੈਂਟ ਹੈ, ਜੋ ਇਹ ਕਹਿਣਾ ਹੈ, ਇਹਨੂੰ ਅਮਰੀਕਾ ਕਿੱਦਾਂ ਲੈ ਰਿਹਾ ਹੈ ਕਿ ਇੰਡੀਆ ਸਾਡੇ ਲਈ ਇੱਕ ਚੈਲੰਜ ਬਣ ਕੇ ਉੱਭਰਨਾ ਚਾਹੁੰਦਾ, ਇੱਕ ਤਰ੍ਹਾਂ ਨਾਲ ਦੋਸਤੀ ਵੀ ਹੈ ਔਰ ਇੱਕ ਤਰ੍ਹਾਂ ਨਾਲ ਚੈਲੰਜ ਵੀ ਹੈ। ਇਹ ਕੂਟਨੀਤੀ, ਡਿਪਲੋਮੈਟਿਕ ਰਿਲੇਸ਼ਨਸ ਔਰ ਵਾਟ? ਦਿਸ ਇਜ਼ ਪੋਲਿਟਿਕਸ। This is politics behind politics, ਜੋ ਮੈਂ ਆਪਣੇ ਸ਼ੋਅ 'ਚ ਅਕਸਰ ਇਹ ਵਰਡ ਯੂਜ਼ ਕਰਦੀ ਹਾਂ। ਨਾਓ ਬ੍ਰਿਕਸ ਦੀ ਇੰਨੀ ਐਕਸਪੈਂਸ਼ਨ ਨਹੀਂ ਸੀ, ਇੰਨਾ ਜ਼ਿਆਦਾ ਨਹੀਂ ਸੀ। ਇਹਨਾਂ ਨੇ ਇੱਕਦਮ 2-3 ਕੰਟਰੀਜ਼, ਤੁਸੀਂ ਦੇਖੋ ਨਾ, ਸੈਕਿੰਡ ਲਾਰਜੈਸਟ ਇਕੋਨਮੀ ਤੇ 5th ਲਾਰਜੈਸਟ ਇਕੋਨਮੀ ਇਜ਼ ਇਨ ਬ੍ਰਿਕਸ ਇਨ ਫਾਰਮ ਆਫ ਚਾਈਨਾ ਐਂਡ ਇੰਡੀਆ। ਤੇ ਅਮਰੀਕਾ ਦੀ ਜਿਹੜੀ ਡੀਪ ਸਟੇਟ ਹੈ ਉਹ ਇਹਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਸ਼ੋਰ। ਤੇ ਜਿਹੜੀ ਇਹ ਸਟੇਟਮੈਂਟ ਮੋਦੀ ਸਾਹਿਬ ਨੇ ਦਿੱਤੀ ਹੈ ਨਾ, ਮੈਨੂੰ ਨਹੀਂ ਪਤਾ ਇਹ ਟੇਲਰਡ ਸੀ, ਡਿਜ਼ਾਈਨਡ ਸੀ ਕਿ ਬਾਈ ਚਾਂਸ ਤਾਂ ਕੁਝ ਵੀ ਨਹੀਂ ਹੁੰਦਾ ਹੈ ਨਾ, ਤੇ ਤੁਸੀਂ ਇੱਕ ਇੰਡੀਕੇਸ਼ਨ ਤਾਂ ਦੇਣਾ ਹੀ ਹੁੰਦਾ ਹੈ। ਇਹ ਜਿਹੜਾ ਉਹਨਾਂ ਨੇ ਇਹ ਵਾਲਾ ਵਰਡ ਕਹਿ ਦਿੱਤਾ ਨਾ, ਐਕਸਪੈਂਸ਼ਨ, ਲੁੱਕ ਇਟ ਇਜ਼ ਨਾਟ ਕਮਿੰਗ ਆਊਟ ਫਰਮ ਦੀ ਮਾਊਥ ਆਫ ਸ਼ੀ ਜਿਨਪਿੰਗ ਔਰ ਪੁਟਿਨ, ਇਟ ਇਜ਼ ਕਮਿੰਗ ਫਰਮ ਮੋਦੀਜ਼ ਮਾਊਥ, ਜਿਨ੍ਹਾਂ ਦੀ ਅੱਜ ਕ੍ਰੈਡੀਬਿਲਿਟੀ ਸਭ ਤੋਂ ਜ਼ਿਆਦਾ ਹੈ। ਇਟ ਵਿਲ ਮੀਨ ਸਮਥਿੰਗ। ਵਾਟ ਇਟ ਵਿਲ ਮੀਨ, ਜਿੰਨੀਆਂ ਵੀ ਅਫਰੀਕਨ ਕੰਟਰੀਜ਼ ਹੈ, ਬਾਕੀ ਕੰਟਰੀਜ਼ ਹੈ, ਠੀਕ ਹੈ, ਦੇ ਵਿਲ ਗੈਟ ਇੱਕ ਉਹਨਾਂ ਨੂੰ ਇੱਕ ਮਿਲੇਗਾ ਇੰਡੀਕੇਸ਼ਨ ਕਿ ਵੀ ਨੀਡ ਟੂ ਬੀ ਟੁਗੇਦਰ। ਔਰ ਹਾਲਾਂਕਿ ਇਟਸ ਅ ਵੈਰੀ ਲੌਂਗ ਜਰਨੀ, ਇਟਸ ਨਾਟ ਦੈਟ ਈਜ਼ੀ। ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਅੱਜ ਦੇ ਜ਼ਮਾਨੇ 'ਚ, ਜਦੋਂ ਛੋਟੇ ਛੋਟੇ ਗਰੁੱਪਸ ਦਾ ਫੈਸ਼ਨ ਹੈ, ਤਾਂ ਇਟ ਇਜ਼ ਨਾਟ ਗੋਇੰਗ ਟੂ ਬੀ ਐਨ ਈਜ਼ੀ ਜੌਬ। ਇਟਸ ਨਾਟ ਗੋਇੰਗ ਟੂ ਬੀ ਐਨ ਈਜ਼ੀ ਜੌਬ। ਇਹ ਤਾਂ ਬਿਲਕੁਲ ਕਲੀਅਰ ਹੋ ਗਿਆ। ਨਾਓ ਇੱਕ ਬਰੀਫ ਸਟੇਟਮੈਂਟ ਤੁਹਾਡੇ ਵੱਲੋਂ ਇਸ ਵਕਤ ਪੂਰੇ ਵਰਲਡ ਨੂੰ ਜੇ ਅਸੀਂ ਦੇਖੀਏ, ਹਾਂਜੀ, ਤਾਂ ਕੀ ਸਾਰਾ ਰੂਪ, ਕੀ ਸਾਰੀ ਸ਼ੇਪ ਬਣੀ ਹੋਈ ਹੈ ਜੀਓਪੋਲਿਟਿਕਸ ਐਂਡ ਜੀਓ ਇਕਨੋਮਿਕਸ, ਔਰ ਇਹ ਕਿੱਧਰ ਜਾ ਰਿਹਾ ਹੈ। ਐਂਡ ਨਿਊ ਵਰਲਡ ਆਰਡਰ ਤੇ ਹਜੇ ਉਹਨੂੰ ਅਸੀਂ ਪੂਰੇ ਤਰ੍ਹਾਂ ਅਸੀਂ ਡਿਫਾਈਨ ਨਹੀਂ ਕਰ ਸਕਦੇ। ਇਟਸ ਜਸਟ ਐਨ ਆਈਡੀਆ। ਹਜੇ ਪਤਾ ਹੀ ਨਹੀਂ ਦੁਨੀਆ ਕਿੱਧਰ ਜਾ ਰਹੀ ਹੈ। ਗਲੋਬਲਾਈਜੇਸ਼ਨ ਦੀ ਅਸੀਂ ਗੱਲ ਕਰਦੇ ਹਾਂ, ਲੋਕ ਕਹਿੰਦੇ ਨੇ ਨਹੀਂ, ਦਿਸ ਇਜ਼ ਅਮਰੀਕਨਾਈਜੇਸ਼ਨ। ਸੋ ਇਹ ਸਾਰਾ ਜੋ ਸਿਨੈਰੀਓ ਬਣਿਆ ਹੋਇਆ ਹੈ, ਜੋ ਅਸੀਂ ਕਹੀਏ ਕਿ ਆਮ ਲੋਕ ਪੂਰੀ ਦੁਨੀਆ ਦੇ ਦ ਸਿਟੀਜ਼ਨਸ ਆਫ ਦ ਵਰਲਡ, ਇਹ ਜੋ ਪੂਰੀ ਦੁਨੀਆ ਨੂੰ ਦੇਖਣ ਔਰ ਪੂਰੀ ਦੁਨੀਆ ਦੇ ਜੀਓਪੋਲਿਟਿਕਸ ਐਂਡ ਜੀਓ ਇਕਨੋਮਿਕਸ ਨੂੰ ਦੇਖਣ, ਤੇ ਵਾਟ ਇਜ਼ ਦ ਕਾਮਨ ਪੁਆਇੰਟ? ਕਾਮਨ ਪੁਆਇੰਟ ਬਸ ਇਹੀ ਹੈ ਕਿ ਅਸੀਂ ਪਤਾ ਨਹੀਂ, ਮੈਨੂੰ ਲੱਗਦਾ ਅਰਥ 'ਚ ਹੁਣ 50 ਕੁ ਸਾਲ ਹੋਰ ਰਹਿ ਗਏ ਕਿ 100 ਕੁ ਸਾਲ ਹੋਰ ਰਹਿ ਗਏ, ਜਿੱਦਾਂ ਅਸੀਂ ਉਹਨਾਂ ਦਾ ਜਿੰਨੀਆਂ ਕੁ ਅਸੀਂ ਰਿਸੋਰਸਿਸ ਐਕਸਟਰੈਕਟ ਕਰੀ ਜਾ ਰਹੇ ਹਾਂ। ਪਰ ਕੀ ਸਾਨੂੰ ਪੀਸ ਹੈ? ਇੱਕ ਕਾਮਨ ਵਰਡ ਇਹੀ ਹੈ ਕਿ ਸਾਡੇ ਕੋਲ ਕੀ ਹੈਲਥ ਹੈ, ਕਿ ਸਾਡੇ ਕੋਲ ਪੀਸ ਆਫ ਮਾਈਂਡ ਹੈ, ਔਰ ਇੱਕ ਬੜਾ ਹੀ ਕਿਸੇ ਨੂੰ ਕਿਸੇ 'ਤੇ ਵਿਸ਼ਵਾਸ ਹੀ ਨਹੀਂ ਹੈ। ਯੂ ਨੈਵਰ ਨੋ। ਔਰ ਅੱਜ ਕੱਲ੍ਹ ਤਾਂ ਇੱਦਾਂ ਦੇ ਗਠਬੰਧਨ, ਪਹਿਲੇ ਤਾਂ ਫਿਰ ਵੀ ਚਲੋ ਇੱਕ ਕਲੀਅਰ ਕੱਟ ਗਠਬੰਧਨ ਹੁੰਦਾ ਸੀ, ਅਮਰੀਕਨ ਬਲੌਕ, ਰਸ਼ੀਅਨ ਬਲੌਕ। ਅੱਜ ਕੋਈ ਗਠਬੰਧਨ ਹੈ ਹੀ ਨਹੀਂ। ਤੁਸੀਂ ਉਹਦੇ 'ਚ ਵੀ ਜਾ ਕੇ ਬਹਿ ਸਕਦੇ ਹੋ, ਉਹਦੇ 'ਚ ਵੀ, ਉਹ 'ਚ ਵੀ, ਉਹ 'ਚ ਵੀ, ਉਹ 'ਚ ਵੀ। ਦੇਰ ਇਜ਼ ਨੋ ਕਲੈਰਿਟੀ, ਦੇਰ ਇਜ਼ ਅ ਟ੍ਰਾਂਜ਼ਿਸ਼ਨਲ ਫੇਜ਼ 'ਚ ਇੱਕ ਇੰਟਰਨੈਸ਼ਨਲ ਰਿਲੇਸ਼ਨਸ। ਤੇ ਇਹਦਾ ਜੋ ਤੁਸੀਂ ਮੈਨੂੰ ਕੁਐਸਚਨ ਪੁੱਛਿਆ, ਇਹਦਾ ਜਵਾਬ ਦੇਣਾ ਬਹੁਤ ਔਖਾ ਹੈ। ਬਹੁਤ ਔਖਾ ਹੈ। ਇੱਕ ਫਿਲਾਸਫਰ ਨੇ ਕਿਹਾ ਸੀ, ਸੋ ਮੈਨੀ ਆਈਡੀਆਜ਼, ਸੋ ਮੈਨੀ ਮਾਈਂਡਸ, ਬਟ ਆਲ ਆਫ ਅਸ ਨੀਡ ਪੀਸ। ਯੈਸ। ਸੋ ਅਸੀਂ ਇਹੀ ਪ੍ਰੇ ਕਰਾਂਗੇ ਕਿ ਪੀਸ ਦੁਨੀਆ ਦੇ ਵਿੱਚ ਹੋਵੇ ਔਰ ਸਾਰੇ ਲੋਕਾਂ ਦੀ ਜ਼ਿੰਦਗੀ ਸੁਖਾਲੀ ਹੋਵੇ। ਥੈਂਕ ਯੂ ਸੋ ਮਚ, ਔਰ ਸਾਨੂੰ ਐਨਲਾਈਟਨ ਕੀਤਾ ਤੁਸੀਂ ਇਸ ਵਿਸ਼ੇ ਦੇ ਉੱਤੇ, ਐਂਡ ਥੈਂਕ ਯੂ ਸੋ ਮਚ ਫॉर ਦਿਸ ਵੰਡਰਫੁਲ ਟਾਕ। ਥੈਂਕ ਯੂ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।